ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜ਼ਬਰ ਛਤਰ ਤਖਤਾਂ ਦੇ ਮਾਲਕ, ਦੀਨਾ ਬੰਧੂ, ਸ਼ਬਦਾ ਅਵਤਾਰ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਵਿੱਤਰ ਅਤੇ ਪਾਵਨ ਨਿੱਘੀ ਗੋਦ ਵਿੱਚ ਜੁੜ ਬੈਠ ਕਰਕੇ ਆਪ ਜੀ ਸ਼ਾਮ ਦੇ ਸੁੰਦਰ ਦੀਵਾਨਾਂ ਦਾ ਆਨੰਦ ਮਾਣ ਰਹੇ ਹੋ ਅਤੇ ਅੰਤ ਵੱਡੇ ਭਾਗ ਹਨ ਆਪ ਜੀਆਂ ਦੇ। ਨੇਤਾ ਪ੍ਰਤ ਸਤਿਗੁਰਾਂ ਦਾ ਪਿਆਰ ਹਿਰਦੇ ਵਿੱਚ ਲੈ ਕੇ ਬੜੀ ਦੂਰ ਦੂਰ ਤੋਂ ਸਤਿਗੁਰਾਂ ਦੀ ਪਾਵਨ ਹਰ ਜਸ ਕਥਾ ਨੂੰ ਸਰਵਣ ਕਰਨ ਵਾਸਤੇ ਆਉਂਦੇ ਹੋ। ਅੱਜ ਵੀ ਸਤਿਗੁਰਾਂ ਦੀ ਅਪਾਰ ਕਿਰਪਾ ਹੋਈ, ਸੋਹਣੇ ਸਿੰਘਾਸਣਾਂ ਤੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਜੇ ਨੇ। ਗੁਰੂ ਚਰਨਾਂ ਵਿੱਚ ਬੈਠਣ ਦਾ ਸੁਭਾਗ ਸੰਗਤ ਰੂਪ ਵਿੱਚ ਆਪਾਂ ਸਾਰਿਆਂ ਨੂੰ ਪ੍ਰਾਪਤ ਹੋਇਆ। ਕੱਲ ਸ਼ਾਮ ਦੇ ਦੀਵਾਨਾਂ ਵਿੱਚ ਸੁਣਿਆ ਸੀ ਆਪ ਜੀਆਂ ਨੇ ਮੌਲਵੀ ਅਤੇ ਕਾਜ਼ੀ ਇਕੱਠੇ ਹੋ ਕੇ ਇਹ ਸਲਾਹ ਕਰਦੇ ਨੇ ਕਿਸ ਤਰੀਕੇ ਨਾਲ ਆਪਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਦੀਨੇ ਇਸਲਾਮ ਵਿੱਚ ਲੈ ਆਈਏ। ਹੁਣ ਔਰੰਗਜ਼ੇਬ ਬਾਦਸ਼ਾਹ ਨੇ ਤੇ ਹਰ ਤਰ੍ਹਾਂ ਦਾ ਯਤਨ ਕੀਤਾ, ਦੁੱਖ ਵੀ ਦਿੱਤੇ ਨੇ, ਤਸੀਹੇ ਵੀ ਦਿੱਤੇ ਨੇ, ਪਰ ਮੇਰੇ ਸਤਿਗੁਰ ਪਰਪੱਕ ਹੋ ਰਹੇ ਨੇ। ਮੁੱਲਾ ਤੇ ਕਾਜ਼ੀ ਨੇ ਸਲਾਹ ਕੀਤੀ, ਚੱਲ ਕੇ ਔਰੰਗਜ਼ੇਬ ਬਾਦਸ਼ਾਹ ਕੋਲ ਆਏ। ਆਖਣ ਲੱਗੇ, ਬਾਦਸ਼ਾਹ ਜੀ ਕਿਉਂ ਨਾ ਧੋਖੇ ਨਾਲ ਆਪਾਂ ਸਤਿਗੁਰਾਂ ਨੂੰ ਮੁਸਲਮਾਨੀ ਤਰੀਕੇ ਦਾ ਮਾਸ ਖਵਾ ਦਈਏ। ਹੁਣ ਔਰੰਗਜ਼ੇਬ ਬਾਦਸ਼ਾਹ ਸੁਣ ਕੇ ਬੜਾ ਖੁਸ਼ ਹੋਇਆ ਵੀ ਜੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਾਡਾ ਖਾਣਾ ਖਾ ਲੈਣਗੇ, ਉਹ ਕਦੇ ਨਹੀਂ ਕਹਿਣਗੇ ਅਸੀਂ ਹਿੰਦੂਆਂ ਦੇ ਰਾਖੇ ਤੇ ਸਿੱਖਾਂ ਦੇ ਗੁਰੂ ਆ। ਧਰਮ ਭ੍ਰਿਸ਼ਟ ਹੋ ਜਾਏਗਾ। ਇੱਥੋਂ ਤੱਕ ਆਪ ਸੰਗਤਾਂ ਨੇ ਸਤਿਗੁਰਾਂ ਦੇ ਪਾਵਨ ਜੀਵਨ ਦੇ ਚੋਜਾਂ ਦੇ ਵਿੱਚ ਜੋ ਸਮੇਂ ਦੀਆਂ ਹਕੂਮਤਾਂ ਨੇ ਬੇਈਮਾਨੀਆਂ ਕੀਤੀਆਂ, ਉਹ ਵੀ ਸਰਵਣ ਕੀਤੀਆਂ। ਆਓ ਕੁਝ ਕੁ ਸਮਾਂ ਮਨ ਚਿੱਤ ਬਿਰਤੀਆਂ ਨੂੰ ਇਕਾਗਰ ਚਿੱਤ ਬਣਾਈਏ। ਰਸਨਾ ਕਰੋ ਪਵਿੱਤਰ, ਗੱਜ ਵੱਜ ਕੇ ਪਿਆਰ ਸਹਿਤ ਜਪੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਾਰਾਗ੍ਰਹਿ ਮਹਿ ਚਲ ਕਰ ਗਏ, ਮਾਨੁਖ ਦਸਕ ਸੰਗ ਮੈਂ ਥੀਏ। ਜਿਸ ਵੇਲੇ ਬਾਦਸ਼ਾਹ ਔਰੰਗਜ਼ੇਬ ਦੇ ਦਰਬਾਰ ਵਿੱਚ ਕਾਜ਼ੀ ਅਤੇ ਮੁੱਲਾ ਨੇ ਆਪਣੀ ਮਤ ਦਾ ਮਤਾ ਪਕਾਇਆ, ਸੁਣ ਕੇ ਔਰੰਗਜ਼ੇਬ ਬੜਾ ਖੁਸ਼ ਹੋਇਆ। ਕਹਿਣ ਲੱਗਿਆ, ਕਾਜ਼ੀ ਜੀ ਜਦੋਂ ਕੋਈ ਜ਼ੁਲਮ ਕਰਿਆ ਤੋਂ ਵੀ ਬਦਲਿਆ ਨਾ ਜਾਵੇ, ਜੋ ਆਪਣੇ ਇਰਾਦੇ ਬਦਲਦਾ ਨਾ ਹੋਵੇ। ਇਹੋ ਜਿਹੇ ਨੇਕ ਇਰਾਦਿਆਂ ਦੇ ਨਾਲ ਜੇ ਫਰੇਬ ਕੀਤਾ ਜਾਏ ਤੇ ਮਨੁੱਖ ਟੁੱਟ ਜਾਂਦਾ ਹੈ। ਬਾਦਸ਼ਾਹ ਨੂੰ ਇਹ ਗੱਲ ਚੰਗੀ ਲੱਗੀ ਹੈ। ਉਹਨੇ ਉਸੇ ਵੇਲੇ ਜਿਹੜੇ ਉਹਦੇ ਆਪਣੇ ਹਲਵਾਈ ਸੀ ਉਹਨਾਂ ਨੂੰ ਬੁਲਾਇਆ। ਜੋ ਜੋ ਕਾਜ਼ੀ ਤੇ ਮੁੱਲਾ ਨੇ ਪੜਤ ਪੜਾਈ ਹੈ, ਮੁਸਲਮਾਨੀ ਤਰੀਕੇ ਦੇ ਨਾਲ ਸੂਰ ਨੂੰ ਕੋਹ ਕੇ ਮਾਰਿਆ ਗਿਆ, ਤੜਫਾ ਤੜਫਾ ਕੇ। ਹੁਣ ਬਾਦਸ਼ਾਹ ਦਾ ਹੁਕਮ ਸੀ ਦੇਗਚੇ ਦੇ ਵਿੱਚ ਮਾਸ ਬਣਾਇਆ ਜਾਏ। ਮਾਸ ਹੋਵੇ ਐਸਾ ਜਿਹਨੂੰ ਵੇਖ ਕੇ ਕੋਈ ਪਹਿਚਾਣ ਨਾ ਸਕੇ ਇਹ ਬੱਕਰੀ ਦਾ ਹੈ ਜਾਂ ਸੂਰ ਦਾ ਹੈ। ਐਸੇ ਹਾਲਾਤ ਕੀਤੇ ਜਾਣ, ਕਿਉਂਕਿ ਸੂਰ ਇੱਕ ਐਸਾ ਜੀਵ ਹੈ ਜਿਸ ਜੀਵ ਦਾ ਮਾਸ ਖਾ ਕੇ ਹਰ ਬੰਦਾ ਆਪਣੇ ਆਪ ਨੂੰ ਗੁਨਹਗਾਰ ਤੇ ਪਾਪੀ ਜਾਣਦਾ ਹੈ।
इस्लाम धर्म दे विच सूर दा नाम लेना माड़ा है। इसे करके सतगुरु कहते ने ना, हक पराया नानका ओस सूअर ओस गाए। अर्थ की है, हिंदू लोग गां दा मांस नहीं खांदे ते मुसलमान सूर नूं नेड़े नहीं लाउंदे। जे किसे ने किसे दा हक खोया, मुसलमान ने सूर खा लिया, हिंदुआं ते सिखां ने गऊ दा मांस खा लिया, कहंदे एक बराबर है। गुरु पीर भी उत्थे हामी नहीं भरते। अज औरंगजेब बादशाह उसे गुरु दे नाल प्रेम करन लगे है जिस गुरु ने दुनिया नूं सीधे राह पाया, ज्ञान दा चानण कीता। हलवाइयां वल्लों वो मांस बनाया गया, मसाले पा के 10 बंदे नाल गए ने गुरु साहब दे कोल चल गए, तां जो चाह के भी सतगुरां नूं इस गल ते शक ना हो जे, जो खाना साडे कोल आउण लग्या इहदे विच कोई घाट वाध है। जह बैठे तुरकन जरनासक रक्षक हिंदुन केर प्रकाशक। कहंदे दुष्टां ने उसे तरह कीता, मार के सूर देगचे विच मांस उबालिया गया, पहलां ते मसाले पा के नमक पा के ओदी बदबू खत्म होई, एक भांडे विच परोसिया गया। 10 बंदे चल के सतगुरां कोल आए, पहुंचे किथे ने, कहंदे जिथे तुरकां दीयां जड़ां नूं नाश करन वाले सतगुर बैठे ने। दुनिया पाप कमाउण वेले ते रब तो भी नहीं डरदी। आखो सतनाम। जदों बंदा पाप कमाउण ती आ जाए, माड़ी करतूत करन ते आ जाए, लख रब दे वास्ते पाई जाओ, उदों बंदा बंदा नहीं हुंदा, बंदा शैतान बनया हुंदा है। ऐसी बिरती इन्हां मुल्लां ते काजियां दी बनी। इन्हां ने भेजे ने अज वजीर एहलकार, सिर ते कहंदे ओ गंदगी दा बर्तन रखिया होया जिहदे विच सूर दा मांस है। असल दे विच मुसलमान वीर जिहड़े सच्चे पक्के ने ना, ਉਹ ਕਦੇ ਵੀ ਸੂਰ ਦੇ ਨੇੜੇ ਨਹੀਂ ਜਾਂਦੇ। ਉਹ ਮਾਸ ਕੋਈ ਵੀ ਹੋਵੇ ਕਿਸੇ ਨੂੰ ਹੱਥ ਨਹੀਂ ਲਾਉਂਦੇ। ਸੱਚਾ ਪੱਕਾ ਸਿੱਖ ਮਾਸ ਤੋਂ ਗੁਰੇਜ਼ ਕਰਦੇ, ਕਿਉਂਕਿ ਸਾਡੀ ਗੁਰਬਾਣੀ ਨੇ ਇਸ ਚੀਜ਼ ਤੇ ਜ਼ਿਆਦਾ ਜ਼ੋਰ ਦਿੱਤਾ ਹੈ। ਭਾਂਗ ਮਛਲੀ ਸੁਰਾਪਾਨ ਜੋ ਜੋ ਪ੍ਰਾਨੀ ਖਾਹੇ, ਤੀਰਥ ਵਰਤ ਨੇਮ ਤੇ ਕੀਏ ਸਭੇ ਬਰਸਤ ਲਜਾਹੇ। ਮਰਦ ਕਹਿੰਦੇ ਭੰਗ ਹੋਵੇ, ਮੱਛੀ ਹੋਵੇ, ਮਾਸ ਹੋਵੇ, ਜੇ ਕੋਈ ਵਿਅਕਤੀ ਇਹਨਾਂ ਨੂੰ ਹੱਥ ਵੀ ਲਾਉਂਦਾ ਤੇ ਉਹ ਵੀ ਨਰਕਾਂ ਨੂੰ ਜਾਂਦਾ। ਖਾਣਾ ਤੇ ਦੂਰ ਦੀ ਗੱਲ। ਤੇ ਹਿੰਦੂ ਵੀਰ ਵੀ ਕਦੇ ਮਾਸ ਨਹੀਂ ਖਾਂਦੇ, ਭਾਵੇਂ ਗਊ ਹੋਵੇ ਭਾਵੇਂ ਬੱਕਰੀ ਹੋਵੇ। ਜੇ ਸ਼ੱਕ ਹੈ ਤੇ ਸਤਿਗੁਰਾਂ ਦੀ ਬਾਣੀ ਆਸਾ ਜੀ ਕੀ ਵਾਰ ਪੜ੍ਹ ਕੇ ਵੇਖੋ। ਕੋਹੇ ਬੱਕਰਾ ਰਿੰਨ ਖਾਇਆ ਸਭ ਕੋ ਆਖੈ ਪਾਏ। ਮਰਦ ਕਹਿੰਦੇ ਕੀ ਹੋਇਆ, ਬਾਹਰੋਂ ਸੁੱਚਮ ਕਰ ਲਈ ਹੈ, ਅੰਦਰ ਵਿਕਾਰ ਤੁਹਾਡੇ ਬੜੇ ਬੈਠੇ ਨੇ। ਬਾਹਰੋਂ ਗੰਦਗੀ ਵਾਲਾ ਮਾਸ ਖਾ ਰਹੇ ਹੋ ਤੇ ਬਿਰਤੀ ਆਪੇ ਮਾੜੀ ਹੋਣੀ ਹੈ। ਅੱਜ ਕਹਿੰਦੇ ਸਤਿਗੁਰਾਂ ਦੇ ਕੋਲ ਲੈ ਕੇ ਉਹ ਗੰਦਗੀ ਪਹੁੰਚ ਗਏ। ਬਣਾਇਆ ਹੋਇਆ ਮਸਾਲਾ ਜਗਾਈਆਂ ਗਈਆਂ, ਰੌਸ਼ਨੀ ਕੀਤੀ ਗਈ। ਵੇਖਿਆ ਰੌਸ਼ਨੀ ਵਿੱਚ ਸਤਿਗੁਰ ਜੀ ਇੱਕ ਹਵਾਲਾਤ ਵਿੱਚ ਬੈਠੇ ਨੇ, ਕੋਠੜੇ ਦੇ ਵਿੱਚ ਚੌਂਕੜਾ ਲੱਗਿਆ ਹੋਇਆ ਏ। ਇਸੇ ਹੇਤ ਤਨ ਧਰ ਪਰ ਛੋਰਨ ਤੁਰਕਨ ਕੇ ਸਿਰ ਠੀਕਰ ਫੋਰਨ। ਇਹਨਾਂ ਵਜ਼ੀਰਾਂ ਨੇ ਆ ਕੇ ਸਤਿਗੁਰਾਂ ਨੂੰ ਮੱਥਾ ਟੇਕਿਆ। ਇਹ ਮੱਥਾ ਸੀ ਰਸਮੀ ਤੌਰ, ਦਿਲੋਂ ਨਹੀਂ। ਬਾਹਰੋਂ ਸਿਰ ਨਵਾਤਾ ਕੀ ਹੋਇਆ, ਕੋਈ ਗੁਰੂ ਵਾਲਾ ਹੋ ਗਿਆ। ਇੱਥੇ ਰਾਹ ਜਾਂਦੇ ਲੋਕ ਪਤਾ ਨਹੀਂ ਕਿੰਨਿਆਂ ਨੂੰ ਮੱਥਾ ਟੇਕ ਦਿੰਦੇ। ਗੱਲ ਇਹ ਉਦੋਂ ਬਣਦੀ ਜਦੋਂ ਮਨ ਝੁਕ ਜੇ, ਸਲਾਮ ਕਰ ਜੇ। ਕਹਿੰਦੇ ਰਸਮੀ ਸਲਾਮ ਇਹਨਾਂ ਨੇ ਕੀਤੀ। ਵੇਖ ਰਹੇ ਨੇ ਸਤਿਗੁਰਾਂ ਦੀ ਤਰਫ, ਚਿਹਰੇ ਤੇ ਲਾਲੀ ਹੈ, ਪ੍ਰਭਾਵ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀਆਂ ਨੇ ਨੇਤਰ ਖੋਲੇ, ਪਰ ਇਹ ਕਲੰਕੀ ਲੋਕ ਨਹੀਂ ਜਾਣਦੇ ਅੱਜ ਅਸੀਂ ਆਪਣੀ ਜੜ ਆਪ ਡੂੰਘੀ ਪੁੱਟਣ ਆਏ ਹਾਂ। ਜੋ ਅਸੀਂ ਕਰਨ ਲੱਗੇ ਆ, ਕਹਿੰਦੇ ਸਾਧੂਆਂ ਰੱਬ ਦੇ ਪਿਆਰਿਆਂ ਦੇ ਨਾਲ ਕੀਤੀਆਂ ਹੋਈਆਂ ਮਖੌਲਾਂ ਮਹਿੰਗੀਆਂ ਪੈਂਦੀਆਂ ਨੇ। ਸੰਤਨ ਸੇਤੀ ਮਸ਼ਕਰੀ ਕੁਲ ਡੋਬਣ ਕੀ ਰੀਤ। ਰੱਬ ਦੇ ਪਿਆਰੇ ਭਗਤੀ ਵਾਲੇ ਕੈਸੇ ਵੀ ਲਿਵਾਸ ਵਿੱਚ ਹੋਣ, ਜੇ ਕੋਈ ਬੰਦਾ ਉਹਨਾਂ ਨੂੰ ਮਖੌਲ ਕਰਦਾ, ਮਜ਼ਾਕ ਕਰਦਾ, ਧਰਮ ਦੇ ਨਾਂ ਤੇ ਮਖੌਲੇ ਉਡਾਉਂਦਾ, ਕਹਿੰਦੇ ਉਹ ਆਪਣਾ ਟੱਬਰ ਆਪਣੀ ਕੁੱਲ ਡੋਬ ਰਿਹਾ। ਤੇ ਇਹ ਵੀ ਅੱਜ ਆਪਣੀਆਂ ਕੁੱਲਾਂ ਬਰਬਾਦ ਕਰਨ ਵਾਸਤੇ ਆ। ਗੁਰੂ ਸਾਹਿਬ ਤੇ ਕਿਸੇ ਦਾ ਬੁਰਾ ਨਹੀਂ ਕਰਦੇ, ਪਰ ਜਦੋਂ ਕੋਈ ਕੁਹਾੜਾ ਤਿੱਖਾ ਕਰ ਲਏ ਨਾ ਵੀ ਕਿਸੇ ਦੇ ਪੈਰਾਂ ਤੇ ਮਾਰਨਾ ਹੈ, ਇੱਕ ਦਿਨ ਉਹ ਕੁਹਾੜਾ ਅਚਨਚੇਤ ਆਪਣੇ ਪੈਰ ਤੇ ਚੱਲ ਜਾਂਦਾ ਹੈ।
ਪਹੁੰਚੇ ਸਤਿਗੁਰਾਂ ਦੇ ਕੋਲੇ, ਮਹਾਰਾਜ ਨੇ ਨੇਤਰ ਖੋਲੇ, ਧਿਆਨ ਦੇ ਨਾਲ ਤੱਕਿਆ ਏ। ਰਾਜ ਤੇਜ ਅਦਸ਼ੈ ਬਟ ਜੋਈ, ਜਿਨ ਕੇ ਸਮ ਜਗ ਮਹਿ ਨਹਿ ਕੋਈ। ਜਿੰਨਾ ਵਰਗਾ ਜਗ ਤੇ ਕਵੀ ਜੀ ਕਹਿੰਦੇ ਕੋਈ ਹੋਰ ਨਹੀਂ। ਅਜਿਓ ਸਤਿਗੁਰ ਜੀ ਔਰੰਗਜ਼ੇਬ ਦੇ ਰਾਜ ਭਾਗ ਦੀਆਂ ਜੜਾਂ ਵਿੱਚ ਤੇਲ ਪਾ ਦੇਣਗੇ। ਔਰੰਗਜ਼ੇਬ ਦਾ ਰਾਜ ਕਿਹਨੇ ਖਤਮ ਕੀਤਾ? ਗੁਰੂ ਸਾਹਿਬ ਨੇ ਨਹੀਂ ਕੀਤਾ, ਉਹਦੀਆਂ ਕਰਤੂਤਾਂ ਨੇ ਕੀਤਾ, ਉਹਦੇ ਮਾੜੇ ਕਰਮਾਂ ਨੇ, ਉਹਦੀ ਹਉਮੈ ਨੇ ਕੀਤਾ। ਹਉਮੈ ਦਾ ਭਰਿਆ ਪੁਰਸ਼ ਇਹ ਭੁੱਲ ਚੁੱਕਿਆ। ਜੇ ਇਸ ਘਰ ਦਾ ਭੇਜਿਆ ਹੋਇਆ ਰਾਮ ਰਾਏ ਕਰਾਮਾਤਾਂ ਦੀ ਵਿਛਾੜ ਕਰ ਸਕਦਾ ਤੇ ਕਿੱਡੇ ਵੱਡੇ ਹੋਣਗੇ। ਅੱਜ ਮਤ ਤੇ ਪਰਦਾ ਸੀ, ਕੁਝ ਵੀ ਸੋਚ ਨਾ ਸਕਿਆ। ਤਿਨ ਕਹੋ ਭਲੀ ਭਾਂਤ ਕਰ ਕੂਰੇ, ਚਹਿਤ ਬਿਨਾਸਿਓ ਸਤਿਗੁਰ ਪੂਰੇ। ਜਦੋਂ ਇਹ ਕਾਫਲਾ ਗਿਆ ਸਤਿਗੁਰਾਂ ਦੇ ਕੋਲੇ, 5 ਸਿੱਖ ਜਿਹੜੇ ਅਲੱਗ-ਅਲੱਗ ਬੈਰਕਾਂ 'ਚ ਕੈਦ ਸੀ ਉਹ ਵੀ ਜਾਣਦੇ ਨੇ ਅੱਜ ਇਹਨਾਂ ਦੀ ਖੈਰ ਨਹੀਂ ਕੋਈ। ਇਕੱਠੇ ਹੋ ਕੇ ਕਿਉਂ ਚੱਲੇ ਨੇ? ਇਹ ਕੁਛ ਤੇ ਮਾੜਾ ਕਰਨਗੇ, ਪਰ ਉਹ ਜਾਣਦੇ ਸੀ ਮੇਰੇ ਸਵਾਮੀ ਸਤਿਗੁਰ ਦਾ ਕੁਝ ਵਿਗਾੜ ਹੀ ਨਹੀਂ ਸਕਦੇ। ਰੱਬ ਦਾ ਕੋਈ ਕੀ ਵਿਗਾੜੂ? ਜੇ ਕੋਈ ਪਰਮਾਤਮਾ ਨੂੰ ਗਾਲਾਂ ਕੱਢਦਾ ਵੀ ਹੈ, ਬੜੇ ਲੋਕ ਤੁਸੀਂ ਵੇਖੇ ਹੋਣੇ, ਕੋਈ ਰਾਮ ਜੀ ਨੂੰ ਗਾਲਾਂ ਕੱਢੀ ਜਾਂਦਾ, ਕੋਈ ਕ੍ਰਿਸ਼ਨ ਜੀ ਨੂੰ ਕੱਢ ਰਿਹਾ ਹੈ, ਕੋਈ ਗੁਰੂਆਂ ਪੀਰਾਂ ਨੂੰ ਗਾਲਾਂ ਕੱਢਦਾ ਹੈ। ਕਿਸੇ ਦੇ ਗਾਲਾਂ ਕੱਢਿਆ ਤੋਂ ਛੋਟਾ ਵੱਡਾ ਨਹੀਂ ਹੁੰਦਾ, ਵੱਡਾ ਨਾ ਹੋਵੇ ਘਾਟ ਨਾ ਜਾਏ। ਜੇ ਕੋਈ ਸਿਫਤਾਂ ਕਰੀ ਜਾਏ ਪਰਮਾਤਮਾ ਵੱਡਾ ਨਹੀਂ ਹੁੰਦਾ, ਉਹ ਜੋ ਹੈ ਉਹਨੇ ਉਹੀ ਰਹਿਣਾ। ਮਾੜਾ ਕਹਿਣ ਵਾਲਾ ਆਪਣੀ ਜ਼ੁਬਾਨ ਆਪਣੀ ਕੁੱਲ ਖਤਮ ਕਰ ਲੈਂਦਾ, ਚੰਗਾ ਕਹਿਣ ਵਾਲਾ 21 ਕੁਲਾਂ ਕਰਵਾ ਲੈਂਦਾ। ਅੱਜ ਸਤਿਗੁਰਾਂ ਦੇ ਸਾਹਮਣੇ ਬੈਠੀ ਉਹ ਦੇਗ ਚਾਜਾ ਲਾਇਆ, ਗੁਰੂ ਸਾਹਿਬ ਨੇ ਕਿਸੇ ਨੂੰ ਵੀ ਬੁਲਾਇਆ ਨਹੀਂ। ਸਤਿਗੁਰ ਮੁਸਕਰਾ ਪਏ ਦੇਖ। ਹੁਣ ਰੱਬ ਦੇ ਪਿਆਰਿਆਂ ਦਾ ਹੱਸਣਾ ਕੋਈ ਆਮ ਸੰਸਾਰੀ ਨਹੀਂ ਹੁੰਦਾ। ਸਤਿਗੁਰ ਇਸ ਕਰਕੇ ਹੱਸ ਰਹੇ ਨੇ, ਰੱਬ ਨੇ ਇਹਨਾਂ ਨੂੰ ਕਿੰਨਾ ਕੁਝ ਦਿੱਤਾ, ਧਨ ਦੌਲਤ ਸ਼ੌਹਰਤ, ਪਰ ਮੂਰਖਾਂ ਨੂੰ ਸਾਂਭਣਾ ਨਹੀਂ ਆਇਆ। ਆਖੋ ਸਤਿਨਾਮ। ਜਦੋਂ ਬੰਦੇ ਕੋਲ ਹਉਮੈ ਆ ਜੇ, ਉਹਦਾ ਅੰਤ ਵੇਲਾ ਆ ਜੇ, ਉਹ ਟੱਕਰ ਕਿਹਦੇ ਨਾਲ ਲੈਂਦਾ? ਸੱਚ ਜਾਣਿਓ, ਮੂਰਖ ਦਾ ਅੰਤ ਸਮਾਂ ਉਹ ਹੁੰਦਾ ਉਹ ਧਰਮੀ ਲੋਕਾਂ ਨਾਲ ਟੱਕਰਾਂ ਮਾਰਦਾ। ਹਰਨਾਕਸ਼ ਬੜੀ ਭਗਤੀ ਕਰਦਾ ਸੀ, ਉਹਨੇ ਬਹੁਤ ਭਗਤੀ ਤੇ ਬੜੀ ਬੰਦਗੀ ਕੀਤੀ ਹੈ। ਜੇ ਹਰਨਾਕਸ਼ ਨੇ ਆਪਣਾ ਰਾਜ ਭਾਗ ਖਤਮ ਕੀਤਾ ਤੇ ਪੁੱਤ ਪ੍ਰਹਿਲਾਦ ਨਾਲ ਮੱਥਾ ਲਾ ਲਿਆ। ਜੇ ਰਾਵਣ ਦਾ ਅੰਤ ਹੋਇਆ, ਉਹਨੇ ਰਾਮ ਜੀ ਨਾਲ ਮੱਥਾ ਲਾ ਲਿਆ, ਧਰਮੀ ਲੋਕਾਂ ਨਾਲ ਲਾਇਆ ਨਾ। ਜਦੋਂ ਕੋਈ ਧਰਮੀਆਂ ਨੂੰ ਮਾੜਾ ਆਖੇ ਤੇ ਧਰਮੀ ਨੂੰ ਫਰਕ ਨਹੀਂ ਪੈਂਦਾ ਤੇ ਦੂਜੇ ਦਾ ਕੱਖ ਨਹੀਂ ਰਹਿੰਦਾ। ਔਰੰਗਜ਼ੇਬ ਦੀ ਕਚਹਿਰੀ 'ਚ ਸਤਿਗੁਰਾਂ ਦੀ ਖੂਬ ਨਿੰਦਿਆ ਹੋ ਰਹੀ ਸੀ, ਗੁਰੂ ਨੂੰ ਫਰਕ ਨਹੀਂ। ਅੱਜ ਆਉਣ ਵਾਲੇ ਆਸੇ ਪਾਸੇ ਬਹਿ ਗਏ ਨੇ, ਕਿਸੇ ਨੇ ਬੋਲ ਕੇ ਕੁਝ ਨਹੀਂ ਆਖਿਆ, ਕਿਉਂਕਿ ਅੱਜ ਇਹਨਾਂ ਦਾ ਜਿਹੜਾ ਦਿਖਾਵਾ ਹੈ, ਸਤਿਗੁਰ ਦਿਖਾਵੇ ਦੇ ਪਿੱਛੇ ਬੇਈਮਾਨੀ ਜਾਣਦੇ ਨੇ। ਜੋ ਇਹ ਕਰਨੇ ਆਏ ਨੇ, ਕੋਸ਼ਟ ਅੰਤਰ ਬੈਠੇ ਜਹਾਂ, ਦੇਖਤ ਭਏ ਜਾਏ ਕਰਤਾ ਹਾਂ। ਅੱਜ ਸਤਿਗੁਰਾਂ ਨੂੰ ਵੇਖ ਕੇ ਹੱਸ ਕੇ ਕਹਿਣ ਲੱਗੇ, ਗੁਰੂ ਜੀ ਕੀ ਹਾਲ ਬਣਾਇਆ ਤੁਸੀਂ, ਕੀ ਹਾਲ ਬਣਾਇਆ। ਹੁਣ ਇਹ ਸ਼ਬਦ ਪੁੱਛਣਾ, ਪਹਿਲਾਂ ਦੁੱਖ ਦੇਣਾ ਤੇ ਫਿਰ ਹਾਲ ਪੁੱਛਣਾ, ਇਹ ਬੜੀ ਮਾੜੀ ਕਰਤੂਤ ਹੈ, ਇਹ ਸਿਆਣਪ ਨਹੀਂ। ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਹੱਸ ਕੇ ਕਹਿੰਦੇ ਹਾਲ ਤੇ ਪਰਮਾਤਮਾ ਨੇ ਬਣਾਏ ਨੇ। ਉਹ ਜਿੰਨਾ ਹਾਲਾਂ ਵਿੱਚ ਰੱਖਦਾ ਮਨੁੱਖ ਨੂੰ, ਉਹਨਾਂ ਹਾਲਾਂ ਵਿੱਚ ਪਰਪੱਕ ਹੋ ਕੇ ਰਹਿਣਾ ਚਾਹੀਦਾ, ਕਦੇ ਡੋਲਣਾ ਚਾਹੀਦਾ ਨਹੀਂ। ਪ੍ਰਥਮੈ ਨਿਜ ਪਖ ਕੋ ਸਮਝਾਏ, ਉਮ ਰਾਵਨ ਦੋਨੋਂ ਬਚ ਗਏ। ਕਹਿੰਦੇ 2 ਵਜ਼ੀਰ ਸਤਿਗੁਰਾਂ ਦੇ ਨੇੜੇ ਹੋਏ, ਗੇਟ ਖੋਲਿਆ ਗਿਆ। ਜੋ ਬੈਰਕ ਦਾ ਦਰਵਾਜ਼ਾ ਸੀ ਨਾ ਕੋਠੇ ਦਾ, ਖੋਲ ਦਿੱਤਾ ਗਿਆ। ਵਜ਼ੀਰ ਸਤਿਗੁਰਾਂ ਕੋਲ ਆਏ, ਮੱਥਾ ਟੇਕਿਆ, ਕਹਿੰਦੇ ਮਹਾਰਾਜ ਅਸੀਂ ਆਪਣਾ ਪੱਖ ਸੁਣਾਉਣ ਲੱਗੇ ਆ, ਤੁਸੀਂ ਸੋਚਦੇ ਹੋਵੋਗੇ ਅਸੀਂ ਕਿਉਂ ਆਏ ਆ, ਕਿਉਂ ਆਏ ਆ। ਆਉਣ ਵਾਲੇ ਕੌਣ ਨੇ? ਆਮ ਬੰਦੇ ਨਹੀਂ। ਜਿਨ੍ਹਾਂ ਤੋਂ ਜੇਲਰ ਵੀ ਡਰਦਾ ਹੈ, ਔਰੰਗਜ਼ੇਬ ਬਾਦਸ਼ਾਹ ਦੇ ਵੱਡੇ ਵਜ਼ੀਰ, ਉਹ ਕੋਲੇ ਬਹਿ ਗਿਆ। ਸਤਿਗੁਰ ਜੀ ਸਾਡੀ ਗੱਲ ਧਿਆਨ ਦੇ ਨਾਲ ਸੁਣਿਓ। ਕਿਉ ਤੁਮ ਸੰਕਟ ਇਦੋ ਸਹਾਰੋ, ਕਹਿਓ ਸ਼ਾਹੋ ਕੋ ਸਿਰ ਪਰ ਧਾਰੋ। ਬਸ ਕੋਲ ਬਹਿ ਕੇ ਪਹਿਲੀ ਗੱਲ ਕਰਦੇ ਨੇ, ਸਤਿਗੁਰ ਜੀ ਤੁਸੀਂ ਕਿਉਂ ਆਪਣੇ ਸਿਰ ਤੇ ਇੰਨੇ ਸੰਕਟ ਚੱਲ ਰਹੇ ਹੋ, ਇੰਨੇ ਦੁੱਖ, ਕੀ ਲੋੜ ਪਈ ਹੈ? ਇੱਕ ਪਾਸੇ ਤੁਸੀਂ ਜਿੱਦ ਬਹਿਸ ਕਰ ਰਹੇ ਹੋ, ਕਿਹਦੇ ਨਾਲ ਕਰਦੇ ਹੋ? ਜਿਹਦੇ ਹੁੰਦਿਆਂ ਪਤਾ ਨਹੀਂ ਹਿਲਦਾ।
ਵਜ਼ੀਰ ਔਰੰਗਜ਼ੇਬ ਬਾਦਸ਼ਾਹ ਦੀ ਮਹਿਮਾ ਤੇ ਤਾਰੀਫ ਗੁਰਾਂ ਦੇ ਪਾਸ ਕਰਦੇ ਨੇ। ਤੁਮ ਕੋ ਕਰ ਹੈ ਪੀਰਨ ਪੀਰ, ਅਰਪ ਹੈ ਮੋਹਰੈ ਮੁਕਤਾ ਹੀਰ। ਇੱਥੇ ਬਹਿ ਕੇ ਕਿਉਂ ਦੁੱਖ ਝੱਲਦੇ ਹੋ? ਤੁਹਾਡੀ ਕਿਸਮਤ ਮਾੜੀ। ਕੌਣ ਬੋਲਦਾ ਹੈ? ਜਿਨ੍ਹਾਂ ਦੀ ਆਪਣੀ ਕਿਸਮਤ ਮਾੜੀ ਹੋਵੇ ਦੂਜੇ ਦੀ ਚੰਗੀ ਬਣਾਉਣ ਤੁਰ ਪੈਂਦੇ। ਮਹਾਰਾਜ ਜੇ ਤੁਸੀਂ ਬਾਦਸ਼ਾਹ ਦੇ ਨਾਲ ਸੰਧੀ ਕਰ ਲਓ, ਅੰਦਰ ਦੀ ਗੱਲ ਹੈ ਸੰਧੀ। ਸੰਧੀ ਭਾਵ ਜੇ ਤੁਸੀਂ ਇਸਲਾਮ ਵਿੱਚ ਆ ਜਾਓ, ਪੀਰਾਂ ਦੇ ਪੀਰ ਬਣ ਜਾਓਗੇ। ਜਿੰਨੇ ਇਸਲਾਮ ਦੇ ਵੱਡੇ ਵੱਡੇ ਪੀਰ ਨੇ ਨਾ, ਕਹਿੰਦੇ ਕਹਾਉਂਦੇ, ਉਹ ਵੀ ਤੁਹਾਨੂੰ ਪੀਰ ਕਹਿ ਕੇ ਪੂਜਣਗੇ, ਤੁਹਾਨੂੰ ਖੁਦਾ ਦਾ ਰੁਤਬਾ ਦੇ ਦਿਆਂਗੇ। ਇਹ ਸਾਡਾ ਪੱਖ ਹੈ, ਧਿਆਨ ਦੇ ਨਾਲ ਸੋਚ ਵਿਚਾਰ ਲਓ। ਸਭ ਸਲਾਮ ਕਰ ਮਨ ਹੈ ਆਨ, ਪਾਤਸ਼ਾਹੇ ਇਮਕੀਨ ਬਖਾਨ। ਅੱਜ ਤੁਸੀਂ ਬੈਠੇ ਹੋ, ਦੁੱਖ ਝੱਲਦੇ ਹੋ, ਕੋਈ ਸਿੱਖ ਕੋਲੇ ਨਹੀਂ, ਕੋਈ ਮਿੱਤਰ ਕੋਲੇ ਨਹੀਂ, ਪਰਿਵਾਰ ਦਾ ਮੈਂਬਰ ਕੋਲੇ ਨਹੀਂ। ਜਿੱਦਣ ਤੁਸੀਂ ਬਾਦਸ਼ਾਹ ਦੇ ਪੀਰ ਬਣ ਗਏ, ਜ਼ਮਾਨਾ ਸਲਾਮਾਂ ਕਰੇਗਾ, ਉੱਚੇ ਉੱਚੇ ਤਖਤਾਂ ਤੇ ਬੈਠੋਗੇ, ਉਹ ਔਰੰਗਜ਼ੇਬ ਤੁਹਾਨੂੰ ਮੱਥਾ ਨਹੀਂ ਟੇਕੇਗਾ। ਇਹ ਬਹੁਤ ਵੱਡਾ ਲਾਲਚ ਹੈ। ਜਿਹੜੇ ਸੱਚੇ ਪੱਕੇ ਧਰਮੀ ਹੁੰਦੇ ਨੇ ਉਹ ਤੇ ਰਾਜ ਭਾਗ ਨੂੰ ਠੋਕਰਾਂ ਮਾਰਦੇ ਨੇ, ਉਹ ਨਹੀਂ ਬਹਿੰਦੇ। ਨਵਾਬ ਕਪੂਰ ਸਿੰਘ ਵਰਗੇ ਸਿੱਖ ਜਿਨ੍ਹਾਂ ਖਾਲਸਿਆਂ ਨੂੰ ਸਮੇਂ ਦੀਆਂ ਸਰਕਾਰਾਂ ਲਾਹੌਰ ਦੀਆਂ ਨਵਾਬੀਆਂ ਦੇ ਰਹੀਆਂ ਸੀ, ਠੋਕਰ ਮਾਰਤੀ। ਕਹਿੰਦੇ ਗੁਰੂ ਨਾਨਕ ਦੇ ਦਰ ਦੇ ਘੋੜਿਆਂ ਦੀ ਸੇਵਾ ਤੇਰੀ ਨਵਾਬੀਆਂ ਤੋਂ ਵੱਡੀਆਂ, ਮੈਂ ਤੇ ਪੈਰ ਵੀ ਨਹੀਂ ਮਾਰਦਾ ਇਹਨਾਂ ਨੂੰ। ਐਡੀ ਵੱਡੀ ਮਹਾਨ ਸੇਵਾ ਹੁੰਦੀ ਗੁਰੂ ਘਰ ਦੀ। ਅੱਜ ਉਸੇ ਸਤਿਗੁਰ ਨੂੰ ਕਹਿਣ ਲੱਗੇ ਨੇ, ਮਹਾਰਾਜ ਇੰਨੇ ਕਿਉਂ ਦੁਖੀ ਹੋਏ ਬੈਠੇ? ਸਾਨੂੰ ਵੀ ਤਰਸ ਆਉਂਦਾ ਏ। ਜੋ ਤੁਮ ਚਾਹੋ ਨਿਕਾਹ ਕਰਾਇਓ, ਲੇਹੋ ਸ਼ਾਹੋ ਦੋਹਿਤਾ ਮਨ ਭਾਇਓ। ਪਹਿਲੀ ਗੱਲ ਤੇ ਇਹ ਆਖੀ। ਹੁਣ ਦੂਜੀ ਗੱਲ ਕਹਿੰਦੇ ਨੇ, ਮਹਾਰਾਜ ਜੇ ਤੁਸੀਂ ਨਿਕਾਹ ਕਰਾਉਣਾ ਚਾਹੁੰਦੇ ਹੋ, ਜਿਹਨੂੰ ਵਿਆਹ ਕਿਹਾ ਜਾਂਦਾ, ਕਰਾਉਣਾ ਚਾਹੁੰਦੇ ਹੋ ਨਾ, ਤੇ ਤੁਹਾਡੇ ਲਈ ਬਹੁਤ ਵੱਡੀ ਆਫਰ ਹੈ। ਆਫਰ ਕੀ ਹੈ? ਔਰੰਗਜ਼ੇਬ ਬਾਦਸ਼ਾਹ ਆਪਣੀ ਧੀ ਦਾ ਡੋਲਾ ਤੁਹਾਨੂੰ ਦੇ ਦੇਗਾ। ਆ ਜਾਓ ਇਸ ਪਾਸੇ, ਧਰਮੀ ਬਣ ਜਾਓ। ਇੱਕ ਪਾਸੇ ਪੀਰਾਂ ਦੇ ਪੀਰ, ਦੂਜੇ ਪਾਸੇ ਬਾਦਸ਼ਾਹ ਦੀ ਜਵਾਈ ਬਣਨਾ, ਇਹ ਤੇ ਬਹੁਤ ਵੱਡੀ ਗੱਲ ਹੈ। ਇਸ ਤੇ ਪਰੇ ਅਪਰ ਵਡਿਆਈ, ਰਹੀ ਨਾ ਪਾਛੇ ਦੇ ਜੋ ਬਤਾਈ। ਇੰਨੀ ਗੱਲ ਕਹਿ ਕੇ ਦੂਜਾ ਵਜ਼ੀਰ ਬੋਲਿਆ, ਕਹਿੰਦਾ ਗੁਰੂ ਜੀ ਪਤਾ ਨਹੀਂ ਕੀ ਸੋਚਦੇ ਬੈਠੇ, ਇਹ ਤੋਂ ਵੱਡੀ ਵਡਿਆਈ ਕਿਸੇ ਨੂੰ ਕੀ ਮਿਲ ਸਕਦੀ ਹੈ? ਦੁਨੀਆ ਦਾ ਬਾਦਸ਼ਾਹ ਹੋਵੇ ਤੇ ਉਸ ਬਾਦਸ਼ਾਹ ਦਾ ਜਵਾਈ ਬਣਨਾ ਹੋਵੇ, ਉਹ ਤੇ ਰਾਜੇ ਦਾ ਰਾਜਾ ਹੋ ਗਿਆ ਨਾ। ਕਿਉਂਕਿ ਵੱਡਾ ਮਹਾਰਾਜਾ ਵੀ ਆਪਣੇ ਜਵਾਈ ਭਾਈ ਦੀ ਇੱਜ਼ਤ ਕਰਦਾ ਹੈ, ਉਹਦੀ ਮੰਨਦਾ ਹੈ ਗੱਲ, ਇਹ ਨਾ ਰੁੱਸ ਜੇ, ਪਰਿਵਾਰ ਦੁਖੀ ਹੋ ਜਾਏਗਾ। ਤੇ ਅੱਜ ਸਤਿਗੁਰਾਂ ਕੋਲ ਇਹ ਗੱਲ ਕਰਨ ਲੱਗੇ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਸੁਣ ਕੇ ਅਣਗੌਲਿਆਂ ਕੀਤਾ। ਇਹ ਬਿਰਤੀ ਵਾਲੀ ਗੱਲ ਨਹੀਂ ਚੰਗੀ। ਸਾਧੂ ਨਹੀਂ ਚਾਹੁੰਦੇ ਇਹੋ ਜਿਹੇ ਕਰਮ। ਇਹ ਕਰਮ ਕਰਦੇ ਨੇ ਅਯਾਸ਼ ਲੋਕ। ਸਤਿਗੁਰ ਤੇ ਗ੍ਰਸਥ ਧਰਮ ਵਿੱਚ ਰਹਿਣ ਵਾਲੇ, ਉਹ ਤੇ ਬਹੁਤ ਉੱਚੇ ਪੱਧਰ ਦੀ ਗੱਲ ਹੈ। ਪਰ ਅੱਜ ਮਾੜੀ ਸੋਚ ਵਾਲੇ ਆਮ ਵਿਅਕਤੀ ਸਮਝ ਕੇ ਸਤਿਗੁਰਾਂ ਨੂੰ ਲਾਲਚ ਦੇ ਰਹੇ ਨੇ। ਮਹਾਰਾਜ ਤੁਸੀਂ ਇਹ ਨਾਤਾ ਕਬੂਲ ਲਵੋ। ਪਠਿਓ ਦੇਖ ਚਾ ਪਾਸ ਤੁਮਾਰੇ, ਖਾਵੋ ਕਲਮਾ ਮੁਖੋ ਉਚਾਰੇ। ਸਤਿਗੁਰ ਕਹਿੰਦੇ ਆ ਕੀ ਚੁੱਕੀ ਫਿਰਦੇ ਹੋ? ਹੁਣ ਗੁਰੂ ਅੰਤਰਜਾਮੀ ਨੇ। ਕਹਿੰਦੇ ਜੀ ਔਰੰਗਜ਼ੇਬ ਬਾਦਸ਼ਾਹ ਨੂੰ ਅੱਜ ਤੁਹਾਡੇ ਤੇ ਤਰਸ ਆਇਆ। ਤਰਸ, ਬੜੇ ਦਿਨਾਂ ਦੇ ਭੁੱਖੇ ਪਿਆਸੇ ਬੈਠੇ ਹੋ। ਮਹਾਰਾਜ ਇਹ ਛਕ ਲਓ ਭੋਜਨ ਸਾਡਾ, ਭੋਜਨ ਛਕ ਕੇ ਇੱਕ ਦੋ ਕਲਮਾ ਪੜ੍ਹ ਲਓ। ਕਿਉਂ ਤੁਸੀਂ ਬਾਦਸ਼ਾਹ ਨਾਰਾਜ਼ ਕੀਤਾ ਹੋਇਆ ਹੈ? ਕਲਮਾ ਪੜ੍ਹਨ ਨਾਲ ਕੀ ਫਰਕ ਪੈਂਦਾ ਹੈ? ਧਰਮ ਤੇ ਸਾਰੇ ਇੱਕੋ ਜਿਹੇ ਹੀ ਹੁੰਦੇ ਆ। ਆਖੋ ਸਤਿਨਾਮ, ਇੱਕੋ ਜਿਹੇ। ਗੁਰੂ ਤੇਗ ਬਹਾਦਰ ਪਾਤਸ਼ਾਹ ਸੁਣ ਰਹੇ ਨੇ, ਕਰਤੂਤਾਂ ਵੇਖ ਰਹੇ ਨੇ। ਮੂੰਹ ਤੋਂ ਜੀ ਜੀ ਕਹਿਣ ਵਾਲੇ ਜ਼ਰੂਰੀ ਨਹੀਂ ਹੁੰਦਾ ਦਿਲੋਂ ਵੀ ਜੀ ਕਹਿੰਦੇ ਹੋਣ। ਜੀ ਕਹਿਣ ਵਾਲਿਆਂ ਦੀ ਕਦੇ ਬੈਠ ਜਾ ਕੇ ਵੇਖਿਓ ਪਿੱਠ ਪਿੱਛੇ ਕਿੰਨੀਆਂ ਗਾਲਾਂ ਕੱਢਦੇ ਨੇ। ਅੱਜ ਸਤਿਗੁਰਾਂ ਦੇ ਸਾਹਮਣੇ ਬਹਿ ਕੇ ਜੀ ਜੀ ਕਹਿਣ ਵਾਲੇ ਕੀ ਪਤਾ ਨਹੀਂ ਇਹਨਾਂ ਨੂੰ ਅਸੀਂ ਕੀ ਕਰਨਾ ਆ, ਕਿਹਨੇ ਭੇਜਿਆ? ਉਹ ਸਭ ਕੁਝ ਗਲ ਤੋਂ ਹੇਠਾਂ ਉਹ ਪਾਪ ਛੁਪੇ ਨੇ, ਉੱਤੋਂ ਮਿੱਠਾ ਬੋਲਦੇ ਨੇ। ਨਾਹਿਤ ਬਾਦੀ ਸ਼ਾਹੋ ਸੁਭਾਏ, ਚਾਹੇ ਸੋ ਕਰਹਿ ਨਾ ਫੇਰਿਓ ਜਾਏ। ਅੱਜ ਤੁਸੀਂ ਭੋਜਨ ਛਕ ਲਓ, ਅੰਦਰ ਬੈਠੇ ਆ ਹਨੇਰੇ 'ਚ, ਕਿਸੇ ਨੂੰ ਕੀ ਪਤਾ ਲੱਗੂਗਾ ਤੁਹਾਡੇ ਤੇ ਸਾਡੇ 'ਚ ਕੀ ਸੁਲਾਹ ਹੋਈ ਹੈ। ਜੇ ਮਰਦ ਅੱਜ ਤੁਸੀਂ ਸਾਡੀ ਗੱਲ ਨਾ ਮੰਨੀ, ਇਹ ਲਾਸਟ ਗੱਲ ਹੈ, ਆਖਰੀ।
ਇਹ ਤੋਂ ਬਾਅਦ ਤੁਸੀਂ ਜਾਣਦੇ ਹੋ ਔਰੰਗਜ਼ੇਬ ਬਾਦਸ਼ਾਹ ਕਿੱਡਾ ਜ਼ੁਲਮੀ ਹੈ। ਉਹ ਕਿਸੇ ਤੇ ਤਰਸ ਨਹੀਂ ਕਰਦਾ। ਕੇਤਿਕ ਪ੍ਰਾਨ ਹਾਨ ਕਰ ਦੀਨੇ, ਨਿਜ ਹੱਠ ਕੋ ਪੂਰਨ ਕਰ ਲੀਨੇ। ਤੁਸੀਂ ਆਪਣਾ ਹੱਠ ਕਰੀ ਬੈਠੇ ਹੋ। ਜੇ ਹੱਠ ਵੇਖਣਾ ਬਾਦਸ਼ਾਹ ਦਾ ਦੇਖੋ, ਉਹਨੇ ਆਪਣੀ ਜਿੱਦ ਪਗਾਉਣ ਵਾਸਤੇ ਸਕਾ ਪਿਓ ਮਾਰ ਦਿੱਤਾ। ਸ਼ਾਹਜਹਾਂ ਬਾਦਸ਼ਾਹ ਆਪਣੀ ਜਿੱਦ ਪਗਾਉਣ ਵਾਸਤੇ 4 ਭਰਾਵਾਂ ਦੇ ਵਿੱਚੋਂ 3 ਦਾ ਕਤਲ ਕਰ ਦਿੱਤਾ ਹੈ ਉਹਨੇ। ਆਪਣੀ ਜਿੱਦ ਪਗਾਉਣ ਵਾਸਤੇ ਇਸ ਦੁਸ਼ਟ ਨੇ ਆਪਣੀ ਧੀ ਦਾ ਵਿਆਹ ਕਿਤੇ ਨਹੀਂ ਕੀਤਾ। ਸਕੀ ਭੈਣ ਨਹੀਂ ਸੀ ਵਿਆਹੀ ਔਰੰਗਜ਼ੇਬ ਨੇ, ਵੀ ਲੋਕ ਮੈਨੂੰ ਟੇਢੇ ਰਿਸ਼ਤੇ ਨਾਲ ਨਾ ਬੁਲਾ ਲੈਣ। ਪਤਾ ਹੀ ਹੈ ਤੁਹਾਨੂੰ, ਭੈਣ ਜਿਸ ਘਰ ਵਿਆਹੀ ਹੋਵੇ ਤੇ ਰਿਸ਼ਤਾ ਕੀ ਬਣਦਾ? ਕਹਿੰਦਾ ਮੈਂ ਬਾਦਸ਼ਾਹ ਦੁਨੀਆ ਦਾ। ਐਡਾ ਵੱਡਾ ਕਪਟੀ ਤੇ ਜ਼ੁਲਮੀ ਬਾਦਸ਼ਾਹ ਸਤਿਗੁਰ ਜੀ ਅੱਜ ਪਤਾ ਨਹੀਂ ਤੁਹਾਡੀਆਂ ਕਿਵੇਂ ਮਿੰਨਤਾਂ ਕਰਦਾ। ਜੇ ਤੁਸੀਂ ਮੰਨ ਜਾਓ ਤੇ ਚੰਗਾ, ਵਰਨਾ ਸਮੇਂ ਨੂੰ ਪਛਤਾਓਗੇ। ਜਾਂ ਤੇ ਅਬ ਸਮਝੋ ਮਨ ਮਾਹੀ, ਤੁਬ ਸਹਾਇਤਾ ਕਬ ਕਿਤ ਨਾਹੀ। ਕਿਸੇ ਨੇ ਤੁਹਾਡੀ ਸਹਾਇਤਾ ਨਹੀਂ ਕਰਨੀ, ਕਿਸੇ ਨੇ ਤੁਹਾਡੀ ਪੁਕਾਰ ਨਹੀਂ ਸੁਣਨੀ। ਅੱਜ ਤੇ ਸਮੇਂ ਦੀ ਹਕੂਮਤ ਤੁਹਾਡੇ ਨਾਲ ਸੰਧੀ ਕਰਦੀ ਹੈ, ਰਿਸ਼ਤੇਦਾਰੀ ਪਾ ਰਹੀ ਹੈ, ਤੁਹਾਨੂੰ ਆਪਣਾ ਬਣਾ ਰਹੀ ਹੈ। ਮਰਦ ਇੱਕ ਦਿਨ ਆਏਗਾ, ਤੁਸੀਂ ਮਿੰਨਤਾਂ ਕਰੋਗੇ, ਬਾਦਸ਼ਾਹ ਨੇ ਤੁਹਾਡੀ ਪੁਕਾਰ ਵੀ ਨਹੀਂ ਸੁਣਨੀ। ਵਜ਼ੀਰ ਬੋਲ ਰਹੇ, ਸੱਚ ਜਾਣਿਓ, ਜਦੋਂ ਬੰਦੇ ਨੂੰ ਕਿਸੇ ਵਸਤੂ ਦੀ ਕੀਮਤ ਦਾ ਨਾ ਪਤਾ ਹੋਵੇ, ਉਹ ਸੌਖੀਆਂ ਤੇ ਸਸਤੀ ਹੋ ਜਾਣੀ ਹੈ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਸਮਝ ਜਾਣਾ ਹਰ ਬੰਦੇ ਦੇ ਵੱਸ ਦੀ ਗੱਲ ਥੋੜਾ ਹੈ। ਇਹਨਾਂ ਨੂੰ ਸਮਝਣ ਵਾਲੇ ਉਹ ਨੇ ਜਿਨ੍ਹਾਂ ਦਾ ਅਹੁਦਾ ਇੱਥੋਂ ਤੱਕ ਹੋਵੇ, ਜਿਨ੍ਹਾਂ ਨੇ ਕਈ ਜਨਮਾਂ ਦੇ ਪੂਰਬਲੇ ਕਰਮ ਕੀਤੇ ਹੋਣ। ਤਾਂ ਪਤਾ ਲੱਗਦਾ ਗੁਰੂ ਕੌਣ ਹੈ। ਨਹੀਂ ਜੱਗ 'ਚ ਗੁਰੂਆਂ ਦੀ ਕਮੀ ਹੈ। ਥਾਂ ਥਾਂ ਤੇ ਤੁਰੇ ਫਿਰਦੇ ਨੇ। ਜਿਸ ਕੀ ਫਿਰੈ ਸਕਲ ਜਗ ਦੋਹੀ, ਆਸਨ ਹੈ ਬਲੀ ਜੋ ਸਨਮੁਖ ਹੋਹੀ। ਗੁਰੂ ਸਾਹਿਬ ਦੇ ਸਾਹਮਣੇ ਕਹਿ ਰਹੇ ਨੇ, ਜਿਹਦੀ ਦੋਹੀ, ਦੋਹੀ ਤੋਂ ਭਾਵ ਹੈ ਹੁਕਮ। ਜਿਸ ਔਰੰਗਜ਼ੇਬ ਦਾ ਹੁਕਮ ਸਾਰੇ ਸੰਸਾਰ ਤੇ ਚੱਲਦਾ ਹੈ, ਉਹ ਹਿੰਦੁਸਤਾਨ ਨੂੰ ਸੰਸਾਰ ਸਮਝੀ ਬੈਠੇ। ਪਰ ਮੂਰਖ ਇਹ ਨਹੀਂ ਜਾਣਦੇ ਕੋਈ ਅਸੀਂ ਸ੍ਰਿਸ਼ਟੀ ਦੇ ਮਾਲਕ ਪਰਮਾਤਮਾ ਦੇ ਸਾਹਮਣੇ ਐਡੀ ਵੱਡੀ ਮੂਰਖਤਾ ਕਰ ਰਹੇ ਹਾਂ, ਜਿਹਨੇ ਸਾਨੂੰ ਬਣਾਇਆ ਹੈ, ਜਿਹਨੇ ਸਾਨੂੰ ਬਣਾਇਆ ਹੈ। ਅੱਜ ਬੰਦਾ ਕਿਹਨੂੰ ਗਾਲਾਂ ਕੱਢਦਾ ਹੈ? ਜਿਸ ਦਾ ਬਣਾਇਆ ਹੋਇਆ ਉਸੇ ਨੂੰ ਕੱਢੀ ਜਾਂਦਾ ਹੈ। ਉਹਨੂੰ ਕੋਈ ਫਰਕ ਨਹੀਂ ਪੈਂਦਾ, ਉਹ ਬਣਾਉਣ ਵਾਲਾ ਹੈ, ਉਹ ਬੜਾ ਮਹਾਨ ਹੈ, ਬੜਾ ਦਇਆਵਾਨ ਹੈ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੇ ਦੁਨੀਆ ਦੇ ਗੁਰੂਆਂ ਪੀਰਾਂ ਵਰਗੇ ਹੁੰਦੇ, ਪਲਾਂ 'ਚ ਸ਼ਰਾਫ ਦੇ ਦਿੰਦੇ। ਉਹ ਨਹੀਂ ਬੋਲਦੇ। ਵੇਖ ਰਹੇ ਨੇ ਚਲਾਕੀਆਂ, ਸਭ ਕੁਝ ਜਾਣਦੇ ਹਨ। ਇਸ ਉਪਾਏ ਤੇ ਛੋਟਨ ਕਰਹੁ, ਨਾਹਕ ਪਰੇ ਮਹਾ ਦੁਖ ਭਰਹੁ। ਮਹਾਰਾਜ ਸਾਨੂੰ ਤਰਸ ਤੁਹਾਡੇ ਤੇ ਆਉਂਦਾ ਹੈ। ਜੇਲ੍ਹ ਦੀਆਂ ਕਾਲ ਕੋਠੜੀਆਂ ਵਿੱਚ ਬੈਠੇ ਹੋ, ਐਡਾ ਵੱਡਾ ਰੁਤਬਾ ਅਹੁਦਾ ਮਿਲਣ ਲੱਗਿਆ, ਕਿਉਂ ਲੱਤਾਂ ਮਾਰਦੇ ਹੋ ਅਹੁਦੇ ਤੇ? ਲੋਕੀ ਤੇ ਤਰਸਦੇ ਨੇ, ਬਾਦਸ਼ਾਹ ਸਾਨੂੰ ਕੋਲ ਬਿਠਾ ਲੇ, ਤੁਸੀਂ ਬਾਦਸ਼ਾਹ ਦੇ ਪੀਰਾਂ ਦੇ ਪੀਰ ਬਣ ਲੱਗੇ ਹੋ। ਮੰਨ ਲਓ ਸਾਡੀ ਗੱਲ, ਕਿਸੇ ਫੇਰ ਸਮਝਾਉਣਾ ਨਹੀਂ। ਲੇਹੋ ਦੇਗ ਚਾ ਖਾਵਹੁ ਖਾਨਾ, ਪੁਨ ਛੋਟ ਐਸ਼ ਕਰੋ ਬਿਦਨਾਨਾ। ਇੰਨੀਆਂ ਗੱਲਾਂ ਕਹਿ ਕੇ ਇਸ਼ਾਰਾ ਕਰਦੇ ਨੇ ਆਪਣੇ ਸਾਥੀ ਨੂੰ, ਕਹਿੰਦੇ ਮਰ ਜਾ, ਦੇਗ ਚੇ ਵਿੱਚ ਭੋਜਨ ਪਿਆ, ਛਕ ਲੋ, ਹੁਣ ਹਨੇਰਾ ਹੈ। ਭੁੱਖੇ ਪਿਆਸੇ ਬੰਦੇ ਨੂੰ ਥੋੜਾ ਪਤਾ ਲੱਗਦਾ ਕੀ ਹੈ, ਨਹੀਂ ਜਾਣਦਾ। ਅੱਤ ਦੀ ਭੁੱਖ ਲੱਗੀ ਹੋਵੇ, ਸਾਹਮਣੇ ਕਰਤਾ ਮਰਜ, ਸਾਰੀਆਂ ਗੱਲਾਂ ਛੱਡੋ, ਚੁੱਪ ਚਪੀਤੇ ਖਾ ਲੋ, ਸਰੀਰ ਬਚਾ ਲਓ। ਜੇ ਸਰੀਰ ਰਹੇਗਾ ਤੇ ਜ਼ਿੰਦਗੀ ਹੈ, ਹੱਥ ਨਾ ਕਰੋ, ਜਾਨ ਚਲੀ ਜਾਏਗੀ। ਜਦੋਂ ਤੱਕ ਅੱਖਾਂ ਖੁੱਲੀਆਂ ਨੇ, ਕੰਨ ਚੱਲਦੇ ਨੇ, ਸਰੀਰ ਕੰਮ ਕਰਦਾ ਹੈ, ਗੁਰੂ ਜੀ ਆ ਜ਼ਿੰਦਗੀ ਦਾ ਆਨੰਦ ਉਦੋਂ ਤੱਕ ਹੀ ਹੈ ਜਦੋਂ ਤੱਕ ਸਰੀਰ ਦੇ ਗਿਆਨ ਇੰਦਰੀ ਤੇ ਕਰਮ ਇੰਦਰੀ ਕਰਮ ਕਰ ਰਹੇ ਨੇ। ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ, ਵਜ਼ੀਰੋ ਲੈ ਜਾਓ ਚੁੱਕ ਕੇ, ਸਾਨੂੰ ਭੁੱਖ ਨਹੀਂ, ਅਸੀਂ ਕੁਝ ਖਾਣਾ ਚਾਹੁੰਦੇ ਨਹੀਂ। ਮਾਨੋ ਬਾਤ ਕਹੇ ਹਮ ਆਛੇ, ਨਾਹੇ ਤਾਂ ਪਛਤਾਵ ਹੋਗੇ ਪਾਛੇ। ਜਦੋਂ ਕਹਿੰਦੇ ਸਤਿਗੁਰਾਂ ਨੇ ਇਨਕਾਰ ਕਰ ਦਿੱਤਾ, ਵਜ਼ੀਰ ਖੜੇ ਹੋ ਗਏ, ਕਹਿੰਦੇ ਮਰਦ ਸਮਝ ਲਓ ਅਜੇ ਵੀ। ਉਹ ਤੇ ਕੈਦੀ ਉਹ ਸਮਝਦੇ ਨੇ ਨਾ ਵੀ ਜਿਹੜੇ ਜੇਲ੍ਹ 'ਚ ਬੈਠੇ ਨੇ, ਸਾਡਾ ਬਾਦਸ਼ਾਹ ਰਾਜਾ ਸਾਡਾ, ਪਛਤਾਉਂਗੇ ਫਿਰ। ਅੱਜ ਦਾ ਦਿਨ ਬਾਰ-ਬਾਰ ਚੇਤੇ ਕਰੋਗੇ। ਸੁਨ ਮਤ ਮੰਦਨ ਕੇ ਇਮ ਬੈਨ, ਕਹਿਓ ਦੇਗ ਚਾ ਦਿਸ਼ ਕਰ ਨੈਨ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਇੱਕ ਵਾਰ ਰੋਕਿਆ, 2 ਵਾਰ ਰੋਕਿਆ, ਤੀਜੀ ਵਾਰ ਟਾਲਿਆ। ਸਾਧੂ ਦਾ ਬਚਨ ਤੇ 3 ਵਾਰੀ ਹੁੰਦਾ ਹੈ। ਜਦੋਂ ਨਹੀਂ ਹਟੇ, ਬਾਰ-ਬਾਰ ਜਿੱਦ ਕਰਦੇ ਨੇ, ਮਹਾਰਾਜ ਪਛਤਾਓਗੇ, ਸਾਨੂੰ ਯਾਦ ਕਰੋਗੇ, ਅਸੀਂ ਬੁਲਾਇਆ ਨਹੀਂ ਬੋਲਣਾ ਫਿਰ। ਪਰ ਜੇ ਕਹਿੰਦੇ ਨੇੜੇ ਕਰੋ ਇਹਨੂੰ,
खुश हो गए, कहते गुरु खान लगे। आखो सतनाम, जे अज खा गया ते काम बन गया ना। हिंदुस्तान है सारा इहदे नाल, जे गुरु बदल गया ते सारे हिंदू सारे सिख मुसलमान आपी बन जाणगे। मसाला जगदियां सी, हुण ओह देग चा भरिया होया मस नाल। उन्हां समयां दे लोकां दा खाना बहुत ज्यादा सी। अज ते एक ब्रैड खा के बंदा सारा दिन घूमी जांदा है, भुखे नहीं लगदी। उन्हां समयां च पिछे इतिहास तुसीं सुणिया, पैंदे खां दी खुराक किन्नी सी। जिउंदे 2-2 4-4 बकरे कट के एक टाइम खा जांदा सी। ਇੰਨੀਆਂ ਭੁੱਖਾਂ ਲੋਕਾਂ ਦੀਆਂ। ਉਸ ਹਿਸਾਬ ਦੇ ਨਾਲ ਕਹਿੰਦੇ ਵੱਡਾ ਦੇਗਾ ਭਰਿਆ ਸੀ, ਮਾਸ ਬਣਾ ਕੇ ਚੰਗੀ ਖੁਸ਼ਬੂ ਆ ਰਹੀ, ਮਸਾਲੇ ਮਸੂਲੇ ਪਾਏ ਨੇ ਵੀ ਪ੍ਰਭਾਵ ਪਵੇ, ਕਿਉਂਕਿ ਭੁੱਖੇ ਬੰਦੇ ਦੀ ਨਾਸਤਾ ਵੱਧ ਕੰਮ ਕਰਦੀ ਹੈ। ਜਦੋਂ 3 ਵਾਰ ਸਤਿਗੁਰਾਂ ਨੂੰ ਕਹਿੰਦੇ ਰਹੇ, ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਜਾਣਿਆ ਇਹ ਮੂਰਖ ਮੰਦੀ ਮਾੜੀ ਮੱਤ ਵਾਲੇ ਨਹੀਂ ਸਮਝਦੇ, ਹੁਣ ਸਮਝਾਉਣਾ ਪੈਣਾ। ਸਤਨਾਮ। ਜਦੋਂ ਕੋਈ ਬਹੁਤਾ ਤੰਗ ਕਰੀ ਜਾਏ ਫਿਰ ਸਾਧੂਆਂ ਦੇ ਬੋਲ ਤਲਵਾਰ ਬਣ ਜਾਂਦੇ ਨੇ। ਇਹਨੂੰ ਕਰਾਮਾਤ ਨਹੀਂ ਕਿਹਾ। ਕਰਾਮਾਤ ਤੇ ਉਹ ਹੁੰਦੀ ਹੈ ਆਪਣੀ ਵਡਿਆਈ ਕਰਾਉਣ ਵਾਸਤੇ ਇਹੋ ਜਿਹਾ ਕੰਮ ਕਰਦੇ ਹੋ। ਜੇ ਕਰਾਮਾਤ ਦੀ ਗੱਲ ਕਰਦੇ ਹੋ ਵੀ ਗੁਰੂ ਸਾਹਿਬ ਨੇ ਕਰਾਮਾਤ ਵਿਖਾਈ, ਬੜੇ ਲੋਕ ਇਦਾਂ ਦੇ ਵਹਿਮੀ ਹੁੰਦੇ ਨੇ। ਗੁਰੂ ਨਾਨਕ ਸਾਹਿਬ ਮਹਾਰਾਜ ਤੇ ਬਲੀ ਕੰਧਾਰੀ ਨੇ ਪੱਥਰ ਸੁੱਟਿਆ ਸੀ ਕਿ ਬਾਬਾ ਜੀ ਸੋਚ ਕੇ ਬੈਠੇ ਸੀ ਮੈਂ ਕਰਾਮਾਤ ਵਿਖਾਉਣੀ ਹੈ। ਸਹਿਜ ਸੁਭਾਅ ਹੱਥ ਲਾਇਆ, ਅੱਜ ਤੱਕ ਡਿਸਕਵਰੀ ਨੇ ਜ਼ੋਰ ਲਾ ਲਾ ਕੇ ਵੇਖ ਲਿਆ ਪੰਜਾ ਖਤਮ ਕਰ ਦਈਏ। ਉਹ ਪੰਜਾ ਸਾਹਿਬ ਦਾ ਪੰਜਾ ਅੱਜ ਤੱਕ ਉਦਾਂ ਹੀ ਕਾਇਮ। ਆਖੋ ਸਤਨਾਮ। ਤੇ ਪਾਣੀ ਵੀ ਨਿਕਲ ਰਿਹਾ, ਜਿਸ ਧਰਤੀ 'ਚ ਪਾਣੀ ਨਹੀਂ, ਹਸਨ ਬਦਾਲ ਪਾਣੀ ਵੀ ਆ ਰਿਹਾ। ਰੀਠਾ ਸਾਹਿਬ ਦੀ ਕੀ ਗੱਲ ਕਰੋਗੇ, ਕਰਾਮਾਤ ਵਰਤਾਈ? ਕਰਾਮਾਤ ਨਹੀਂ। ਕਰਾਮਾਤ ਉਹਨੂੰ ਕਿਹਾ ਜਾਂਦਾ ਜਿਵੇਂ ਰਾਮ ਰਾਏ ਕਰਦਾ ਸੀ। ਉਹ ਕਹਿੰਦਾ ਸੀ ਆਕਾਸ਼ ਵਿੱਚ 3 ਚੰਦਰਮਾ ਵਿਖਾ ਦੇ, ਕਹਿੰਦਾ ਉਹ ਵੇਖ ਵਿਖਾ ਦੇ ਨਾ। ਕਹਿ ਕੇ ਕੰਮ ਕੀਤਾ ਜਾਏ ਕਰਾਮਾਤ। ਗੁਰੂ ਸਾਡਾ ਸਮਰੱਥ ਹੈ, ਸ੍ਰਿਸ਼ਟੀ ਬਣਾਉਣੀ ਵੀ ਤੇ ਇੱਕ ਕਰਾਮਾਤ ਆ। ਫਿਰ ਜਿਹੜਾ ਦੁਨੀਆ ਨੂੰ ਬਣਾਈ ਜਾਂਦਾ ਹੈ, ਸੰਸਾਰ ਨੂੰ ਖਤਮ ਕਰੀ ਜਾਂਦਾ ਹੈ। ਸਾਇੰਸ ਜ਼ੋਰ ਲਾ ਲਾ ਥੱਕ ਗਈ, ਲੱਖਾਂ ਪਤਾਲ ਲੱਖਾਂ ਆਕਾਸ਼ ਨੇ, ਅੱਜ ਤੱਕ ਨਹੀਂ ਭੇਦ ਪਿਆ ਮੌਤ ਆਉਂਦੀ ਕਿਵੇਂ ਹੈ। ਮੈਡੀਕਲ ਸਾਇੰਸ ਬੜੀ ਤਰੱਕੀ ਕਰ ਗਈ ਹੈ, ਅੱਜ ਦੀ ਨਹੀਂ। 3000 ਸਾਲ ਹੋ ਗਏ ਨੇ ਮੈਡੀਕਲ ਸਾਇੰਸ ਨੂੰ ਚੱਲਦੇ ਆ ਇਸ ਦੁਨੀਆ ਤੇ, ਤਰ੍ਹਾਂ ਤਰ੍ਹਾਂ ਦੀ। ਅੱਜ ਤੱਕ ਕੋਈ ਬਲੱਡ ਨਹੀਂ ਬਣਾ ਸਕਿਆ, ਖੂਨ ਨਹੀਂ ਬਣਾ ਸਕਿਆ। ਇਹ ਸਭ ਉਹਦੀਆਂ ਖੇਡਾਂ ਨੇ। ਕਿ ਇਹਨੂੰ ਕਰਾਮਾਤ ਆਖੋਗੇ, ਕਹਿ ਵੀ ਸਕਦੇ ਹੋ, ਪਰ ਕਰਾਮਾਤ ਉਹ ਹੁੰਦੀ ਹੈ ਜਿਵੇਂ ਪੀਰ ਫਕੀਰ ਵਿਖਾਉਂਦੇ ਨੇ ਸਿਰਫ ਆਪਣਾ ਆਪ ਵੱਡਾ ਵਿਖਾਉਣ ਲਈ। ਨਜ਼ਰ ਭਰੀ ਸਤਿਗੁਰਾਂ ਨੇ ਉਸ ਦੇਗੇ ਵੱਲ ਤੱਕਿਆ ਏ, ਕਿਆ ਇਸ ਮਹਿ ਤੁਮ ਕੀਨ ਪਕਾਵਨ, ਕਹਾਂ ਸਿੱਧ ਹੋਏ ਇਸਕੇ ਖਾਵਨ। ਸਤਿਗੁਰ ਕਹਿੰਦੇ ਭਾਈ ਇਹਦੇ ਚ ਕੀ ਬਣਾਇਆ ਹੋਇਆ ਤੁਸੀਂ ਨੇ? ਉਹ ਖੁਸ਼ ਹੋ ਕੇ ਕਹਿੰਦੇ ਗੁਰੂ ਛਕੂਗਾ ਹੁਣ। ਮਰਦ ਕਹਿੰਦੇ ਨੇੜੇ ਲਾਇਆ, ਉਹ ਧੱਕਾ ਜਾ ਮਾਰ ਕੇ ਦੇਗਾ ਕੋਲੇ ਕਰਤਾ। ਹੁਣ ਤੁਹਾਨੂੰ ਪਤਾ ਕੈਦੀਆਂ ਨਾਲ ਸਲੂਕ ਕਿਹੋ ਜਿਹਾ ਹੁੰਦਾ ਹੈ। ਤੇ ਮਹਾਰਾਜ ਅਗਲਾ ਬਚਨ ਪੁੱਛਦੇ ਨੇ, ਕਹਿੰਦੇ ਇਹ ਦੱਸੋ ਜੇ ਅਸੀਂ ਇਹਨੂੰ ਛਕ ਲਈਏ, ਸਿੱਧ ਸ਼ਬਦ ਵਰਤਿਆ ਕਵੀ, ਸਿੱਧ ਤੋਂ ਭਾਵ ਫਾਇਦਾ ਕੀ ਹੋਏ? ਕੋਈ ਵੀ ਕੰਮ ਹੈ, ਕੋਈ ਚੀਜ਼ ਹੈ, ਕੋਈ ਦਵਾਈ ਹੈ, ਕੁਝ ਵੀ ਹੈ, ਬੰਦਾ ਪੁੱਛਦਾ ਇਹਨੂੰ ਖਾਵਾਂਗਾ ਫਾਇਦਾ ਕੀ ਹੋਏਗਾ? ਸਤਿਗੁਰ ਪੁੱਛ ਰਹੇ ਨੇ। ਕਹਿੰਦੇ ਵਜ਼ੀਰ ਜੀ ਸੋਚਿਆ ਤੁਹਾਡੀ ਗੱਲ ਅਸੀਂ ਮੰਨ ਲਈ, ਠੀਕ ਹੈ, ਪੀਰਾਂ ਦੇ ਪੀਰ ਬਣ ਜਾਾਂਗੇ। ਜੇ ਤੁਹਾਡੇ ਬਾਦਸ਼ਾਹ ਦਾ ਪਿਆਰ ਨਾਲ ਬਣਵਾਇਆ ਖਾਣਾ ਅਸੀਂ ਖਾ ਲਿਆ, ਸਾਨੂੰ ਲਾਭ ਹੋਏਗਾ ਕੀ? ਕਿਆ ਨਿਸ਼ਚੈ ਕਰ ਹਮਹਿ ਖੁਆਵਤ, ਕੌਣ ਕਾਜ ਤੁਮਰੋ ਬਨ ਆਵਤ। ਸਾਨੂੰ ਖਾਣਾ ਖਵਾ ਕੇ ਤੁਹਾਡਾ ਕਿਹੜਾ ਕੰਮ ਚੰਗਾ ਹੋ ਜੂ? ਤੁਹਾਡੇ ਬਾਦਸ਼ਾਹ ਨੇ ਸਪੈਸ਼ਲ ਭੇਜੇ ਆ। ਕੈਦੀਆਂ ਨਾਲ ਇਦਾਂ ਦਾ ਸਲੂਕ ਕਦੋਂ ਹੋਣ ਲੱਗ ਗਿਆ ਵੀ ਸਮੇਂ ਦਾ ਬਾਦਸ਼ਾਹ ਆਖੇ ਵੀ ਅੱਜ ਮੇਰਾ ਖਾਸ ਖਾਣਾ ਫਲਾਣੇ ਕੈਦੀ ਨੂੰ ਖਵਾ ਦਿਓ? ਵੇਖੋ ਕਿੰਨੀ ਨਿਮਰਤਾ। ਸਤਿਗੁਰ ਕਹਿੰਦੇ ਅਸੀਂ ਵੀ ਤੇ ਬਾਕੀਆਂ ਵਰਗੇ, ਸਾਨੂੰ ਸਪੈਸ਼ਲ ਕਿਉਂ, ਖਾਸ ਤੌਰ ਤੇ ਕਿਉਂ? ਅਜੇ ਵੀ ਉਹਨਾਂ ਸੱਚ ਨਹੀਂ ਦੱਸਿਆ। 3 ਵਾਰ ਮਹਾਰਾਜ ਨੇ ਬਚਨ ਕਹਿ ਲਿਆ, ਮੂਰਖਾਂ ਨੂੰ ਸਮਝ ਨਹੀਂ ਆਈ। ਕਹਿੰਦੇ ਨਾ ਨਾ ਛਕ ਲੋ ਜੀ, ਛਕ ਲੋ, ਭਾਵੇਂ ਥੋੜਾ ਜਿਹਾ 1 ਚਮਚ ਛਕ ਲੋ, ਕੰਮ ਤੇ ਨਹੀਂ ਕਰ ਦੇਣਾ। 1 ਚਮਚ ਮਾਸ ਕੋਈ ਵੀ ਖਾ ਲੇ, ਜਿੰਨੇ ਮਰਜੀ ਪਾਠ ਕਰੇ, ਜਿੰਨੇ ਮਰਜੀ ਤੀਰਥਾਂ ਤੇ ਨਹਾਵੇ, ਮਾਫ ਕਰਿਓ ਜੀ, ਉਹਦਾ ਸਾਰਾ ਕੁਝ ਕੀਤਾ ਕਰਾਇਆ ਖੂਹ ਚ। ਆਖੋ ਸਤਨਾਮ। ਸਭੇਰ ਸੱਤ ਲਜਾਹੇ, ਇਹ ਬਾਣੀ ਕਹਿ ਰਹੀ ਹੈ। ਸਾਨੂੰ ਕੋਈ ਦੰਦੀਆਂ ਨਹੀਂ ਵੱਢਦੇ ਮਾਸ ਖਾਣ ਵਾਲੇ, ਸਾਨੂੰ ਕੀ ਹੈ, ਕੋਈ ਕੁਝ ਵੀ ਖਾਏ, ਸਾਡਾ ਕੀ ਫਰਕ ਪੈਂਦਾ ਹੈ? ਪਰ ਬਾਣੀ ਦੀ ਗੱਲ ਹੈ। ਸਤਿਗੁਰ ਕਹਿੰਦੇ ਨੇ ਸਿੱਖ ਵਾਸਤੇ, ਮੁਸਲਮਾਨ ਵਾਸਤੇ, ਹਿੰਦੂ ਵਾਸਤੇ ਇਹ ਚੀਜ਼ਾਂ ਨੁਕਸਾਨਦਾਇਕ ਨੇ, ਬਚੋ ਇਹਨਾਂ ਤੋਂ।
ਤੇ ਅੱਜ ਉਹ ਮਰਦ ਨੂੰ ਕਹਿ ਰਹੇ ਨੇ, ਕਹਿੰਦੇ ਮਰਦ ਛਕ ਲੋ, ਇੱਕ ਵਾਰ ਇੱਕ ਚਮਚਾ ਮੁੱਖ ਵਿੱਚ ਪਾ ਲਓ, ਬਾਦਸ਼ਾਹ ਖੁਸ਼ ਹੋਏਗਾ। ਧਰਮ ਭ੍ਰਿਸ਼ਟ ਅਪਰਨ ਕਰ ਦੇਨਾ, ਇਸ ਹਟ ਕਰ ਤੁਮ ਬਹੁਤ ਦੁੱਖ ਲੈਣਾ। ਬਸ ਇੰਨੇ ਬਚਨਾਂ ਤੋਂ ਬਾਅਦ ਸਤਿਗੁਰ ਸਿੱਧੇ ਹੋ ਗਏ। ਹੁਣ ਫਿਰ ਕਹਿੰਦੇ ਦੁਸ਼ਟੋ, ਹੈ ਹਿੰਮਤ ਜੀ ਕਿਸੇ 'ਚ? ਅੱਜ ਦੇ ਸਮੇਂ 'ਚ ਜਿੱਡਾ ਮਰਜੀ ਕੋਈ ਗੁਰੂ ਪੀਰ ਬਣਿਆ ਹੋਵੇ, ਉਹ ਬਾਬਰ ਨੂੰ ਜਾਬਰ ਨਹੀਂ ਕਹਿ ਸਕਦਾ। ਸਤਿਗੁਰ ਬੋਲੇ ਦੁਸ਼ਟੋ, ਸਾਡਾ ਧਰਮ ਭ੍ਰਿਸ਼ਟ ਕਰਕੇ ਕੀ ਖੱਟ ਲਾਓਗੇ ਜ਼ਿੰਦਗੀ ਦੇ ਵਿੱਚ? ਗੰਦਗੀ ਪਾ ਕੇ ਲੈ ਆਇਓ, ਪਹਿਲਾਂ ਆਪ ਖਾ ਕੇ ਆਪਣਾ ਧਰਮ ਭ੍ਰਿਸ਼ਟ ਕਰੋ। ਆਖੋ ਸਤਿਨਾਮ। ਦੂਜੇ ਦਾ ਬੁਰਾ ਕਰਨ ਚੱਲੇ। ਉਹ ਤਾੜ ਕੇ ਮੌਕਾ ਵੀ ਹੁਣ ਕੰਮ ਔਖਾ ਹੈ। ਪਰ ਅਜੇ ਵੀ ਮੂਰਖਾਂ ਨੂੰ ਇਹ ਸਮਝ ਨਹੀਂ ਆਉਂਦੀ ਵੀ ਗੁਰੂ ਸਮਰੱਥ ਨੇ। ਮਰਦ ਕਹਿੰਦੇ ਆ ਲੈ ਜਾਓ ਸਾਡੇ ਕੋਲੋਂ ਚੱਕ ਕੇ, ਇਹੋ ਜੀ ਗੰਦਗੀ ਕਿਸੇ ਸਾਹਮਣੇ ਨਾ ਰੱਖਿਓ, ਇਹ ਅੱਤ ਦਾ ਪਾਪ ਹੋਏਗਾ। ਪਰਵਤਗਾਰ ਵਿਸਾਰਿਓ ਮਨ ਤੇ, ਖੋਟੇ ਕਾਜ ਕਰਤ ਹੋ ਤਨ ਤੇ। ਸਤਿਗੁਰਾਂ ਨੇ ਝਿੜਕ ਦਿੱਤੇ ਸਾਰੇ। ਜੇਲਰ ਸਰਕ ਗਿਆ ਪਿਛਲੇ ਪੈਰ ਪਿੱਛੇ ਵੀ, ਇਹ ਆਪਣਾ ਤੇ ਕਸੂਰ ਕੋਈ ਨਹੀਂ, ਕਿਤੇ ਰਗੜੇ ਨਾ ਜਾਈਏ। ਮਰਦ ਕਹਿੰਦੇ ਵਜ਼ੀਰਾ ਦਰਗਾਹ ਤੱਕ ਨਹੀਂ ਬਖਸ਼ਿਆ ਜਾਏਗਾ। ਸਤਨਾਮ। ਦਰਗਾਹ ਤੱਕ ਰੱਬ ਦੇ ਪਿਆਰਿਆਂ ਦੇ ਨਾਲ ਮਸ਼ਕਰੀਆਂ ਕਰਨੀਆਂ, ਟਿਚਰਾਂ ਮਖੌਲ ਕਰਨੇ, ਆਹੀ ਹਾਲ ਹੁੰਦਾ ਹੈ। ਇਸ ਕਰਕੇ ਭਗਤੀ ਵਾਲਿਆਂ ਨੂੰ ਕਦੇ ਮੰਦਾ ਸ਼ਬਦ ਨਾ ਆਖੋ। ਸਤਿਗੁਰ ਤੇ ਕਹਿੰਦੇ ਕਿਸੇ ਨੂੰ ਵੀ ਨਹੀਂ ਕਹਿਣਾ ਚਾਹੀਦਾ ਮਾੜਾ ਸ਼ਬਦ। ਹੁਣ ਗੁਰੂ ਤੇਗ ਬਹਾਦਰ ਪਾਤਸ਼ਾਹ ਅੱਜ ਤੱਕ ਨਹੀਂ ਸੀ ਬੋਲੇ, ਪਰ ਸਤਿਗੁਰ ਵੀ ਹੁਣ ਬੋਲ ਪਏ। ਸੱਚੀਆਂ ਤੇ ਖਰੀਆਂ ਗੱਲਾਂ ਕਹਿ ਦਿੱਤੀਆਂ। ਮਰਦ ਕਹਿੰਦੇ ਕੱਖ ਨਹੀਂ ਰਹਿਣਾ, ਤੁਹਾਡਾ ਏਡਾ ਪਾਪ ਕਮਾਉਣ ਲੱਗੇ ਹੋ। ਆਏ ਸੀ ਸਾਡਾ ਧਰਮ ਤੋੜਨ, ਜਿਹਨੇ ਤੁਹਾਨੂੰ ਭੇਜਿਆ ਧਰਮ ਉਹਦਾ ਵੀ ਅੱਜ ਰਹਿਣਾ ਨਹੀਂ। ਕਾਂਪਨ ਦੇਹੋ ਉਤਾਰ ਇਸ ਕੀਰਾ, ਆਪਨ ਭਾਵਨਾ ਫਲ ਲਿਹੋ ਹੀਰਾ। ਮਰਦ ਕਹਿੰਦੇ ਢੱਕਣ ਲਾਓ ਇਹਦਾ। ਇੱਕ ਕੋਲ ਖੜਾ ਕਹਿੰਦਾ ਮਰਦ ਤੁਸੀਂ ਲਾ ਲਓ। ਗੁਰੂ ਜੀ ਕਹਿੰਦੇ ਨਹੀਂ, ਤੂੰ ਲਾ ਢੱਕਣ। ਤੁਸੀਂ ਆਏ ਹੋ ਲੈ ਕੇ ਬੜੇ ਪਿਆਰ ਨਾਲ, ਜੋ ਲੈ ਕੇ ਆਏ ਹੋ ਫਲ ਤੇ ਜਾਂਦੇ ਲੈ ਜਾਓ। ਆਖੋ ਸਤਿਨਾਮ। ਭਾਵਨਾ ਤੋਂ ਤੇ ਫਲ ਲਾ ਦਈਏ। ਇੱਕ ਨੇ ਮੱਛਰ ਕੇ ਜੇ ਢੱਕਣ ਚੁੱਕ ਲਿਆ, ਕੀ ਸੀ ਉਹਦੇ ਵਿੱਚ? ਹੁਣ ਤੱਕ ਕੀ ਸੁਣਿਆ ਤੁਸੀਂ? ਬਾਸ ਕਿਹਦਾ ਸੀ? ਸੂਰ ਦਾ। ਇਹ ਨਾਂ ਲੈਣਾ ਵੀ ਮਾੜਾ ਹੈ। ਖਾਣ ਵਾਲੇ ਕਹਿੰਦੇ ਸਵਾਦ ਹੀ ਬੜਾ। ਆਖੋ ਸਤਿਨਾਮ। ਖਾਓ ਟੱਕਰਦੇ ਨੇ, ਬੜੇ ਮਿਲਦੇ ਨੇ। ਬਾਬਾ ਜੀ ਤੁਸੀਂ ਦੱਸੋ ਜੀ, ਮਾਸ ਖਾ ਲੈਣਾ ਚਾਹੀਦਾ ਨਾ? ਬਾਬੇ ਨੂੰ ਵਿੱਚ ਕਿਉਂ ਘੜੀਸਦਾ ਹੋਏ? ਤੂੰ ਆਪ ਖਾਣਾ ਖਾਈ ਚੱਲ, ਸਾਡੇ ਤੋਂ ਕਿਉਂ ਰਜਿਸਟਰਡ ਕਰਾਉਣ ਲੱਗੇ ਐ? ਵੀ ਆਹੋ ਜੇ ਧਰਮਰਾਜ ਨੇ ਪੁੱਛਿਆ ਤੁਹਾਡਾ ਨਾਂ ਲੈ ਦਾਂਗੇ, ਜਿਹੋ ਜਿਹਾ ਤੂੰ ਤੇ ਉਹੋ ਜਿਹਾ ਅਸੀਂ ਹੋਗੇ। ਤੈਨੂੰ ਜੋ ਚੰਗਾ ਲੱਗਦਾ ਕਰੀ ਚੱਲ, ਕਿਸੇ ਧਰਮੀ ਨੂੰ ਨਾ ਖਿੱਚ, ਵਿੱਚ ਪਾਪ ਲੱਗਣਾ ਤੇ। ਗੁਰੂ ਤੇਗ ਬਹਾਦਰ ਸਾਹਿਬ ਦਾ ਬਚਨ ਮੰਨ ਕੇ ਉਹਨਾਂ ਨੇ ਢੱਕਣ ਚੁੱਕ ਲਿਆ। ਉਹਨਾਂ ਨੂੰ ਕੀ ਪਤਾ ਸੀ ਇੱਥੇ ਹੋਣਾ ਕੀ ਹੈ। ਖਾਨੇ ਕੋ ਸਮੀਪ ਜੋ ਖਰਿਓ, ਤਿਸਨੇ ਢਾਂਪਨ ਸੁਨਤ ਉਤਰਿਓ। ਕਹਿੰਦੇ ਜਦੋਂ ਢੱਕਣ ਚੁੱਕਿਆ, ਢੱਕਣ ਚੁੱਕਣ ਲੱਗੇ ਵੀ ਬੰਦੇ ਤਿੰਨ ਲੱਗੇ, ਕਿਉਂਕਿ ਦੇਗਾ ਬਹੁਤ ਵੱਡਾ ਹੈ, ਭਰਿਆ ਹੋਇਆ ਸੀ। ਵੀ ਗੁਰੂ ਨੇ ਇੱਕ ਵਾਰ ਛਕ ਲਿਆ, ਗੱਲ ਤੇ ਛਕਾਉਣ ਦੀ ਹੈ। ਕਹਿਣਗੇ ਭੋਜਨ ਸਪੈਸ਼ਲ ਆਇਆ ਹੈ, ਪਰ ਜੋ ਚੀਜ਼ ਲੈ ਕੇ ਆਏ ਸੀ ਇਹ ਤੋਂ ਸੱਚਾ ਮੁਸਲਮਾਨ ਵੀ ਭੱਜਦਾ ਹੈ, ਉਹ ਵੀ ਇਹਦੇ ਨੇੜੇ ਖੜਦਾ ਨਹੀਂ। ਪਰ ਜਿਹੜਾ ਬੰਦਾ ਪਾਪੀ ਹੋਵੇ ਉਹਨੂੰ ਕੀ ਫਰਕ ਪੈਂਦਾ ਹੈ? ਉਹਨੂੰ ਕੋਈ ਫਰਕ ਨਹੀਂ ਹੁੰਦਾ, ਦਿਖਾਵੇ ਦਾ ਹੀ ਧਰਮ ਹੁੰਦਾ ਹੈ। ਢੱਕਣ ਚੁੱਕ ਕੇ ਉਹਨਾਂ ਨੇ ਇੱਕ ਪਾਸੇ ਰੱਖਤਾ। ਸਤਿਗੁਰਾਂ ਨਜ਼ਰਾਂ ਭਰ ਕੇ ਵੇਖਿਆ, ਜਬ ਹੈ ਦੇਗ ਚਾ ਤੁਰਕ ਉਘਾਰਾ, ਤਿਸ ਮਹਿ ਅਚਰਜ ਭਇਓ ਨਿਹਾਰਾ। ਕਹਿੰਦੇ ਬਸ ਢੱਕਣ ਚੁੱਕਣ ਦੀ ਦੇਰ ਸੀ, ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਈਆਂ। ਹੈਰਾਨ ਹੋ ਗਏ ਬੇਸਮਝਾਂ ਨੂੰ, ਕੁਝ ਛੇਤੀ ਸਮਝ ਨਾ ਆਇਆ। ਲਗ ਲਗ ਸੂਕਰ ਨਿਕਸੇ ਘਨੇ, ਘੂਰ ਘੂਰ ਸ਼ਬਦ ਅਧਿਕ ਹੀ ਭਨੇ। ਢੱਕਣ ਚੱਕਣ ਦੀ ਦੇਰ ਸੀ, ਨਿਕਲਿਆ ਕੀ? ਕਵੀ ਜੀ ਕਹਿੰਦੇ 100 ਤੋਂ ਲੈ ਕੇ 150 ਦੇ ਵਿੱਚ ਸੂਰ ਦੇ ਛੋਟੇ ਛੋਟੇ ਬੱਚੇ ਛਾਲਾਂ ਮਾਰ ਮਾਰ ਨਿਕਲਦੇ। ਆਖੋ ਸਤਿਨਾਮ। ਢੱਕਣ ਵਿੱਚੋਂ ਬਰਤਨ ਚੁੱਕੇ। ਉਹ ਕਿਹੜੇ ਨੇ? ਜਿਉਂਦੇ ਵਾਸਤੇ ਮਰੇ ਨਾ ਸੀ, ਲਾਸ਼ ਸੀ, ਉਬਾਲੀ ਹੋਈ ਸੀ, ਮਸਾਲੇ ਪਾਏ ਹੋਏ ਸੀ। ਤੇ ਕਈਆਂ ਦਾ ਮਸਾਲਿਆਂ ਦਾ ਨਾਮ ਸੁਣ ਕੇ ਪਾਣੀ ਵੀ ਨਿਕਲ ਆਉਂਦਾ ਹੈ ਵੀ ਪਤਾ ਨਹੀਂ ਕੀ ਹੋਣਾ। ਹੁਣ ਜਿਉਂਦੇ ਸੂਰ ਨਿਕਲਦੇ ਨੇ, ਛਾਲਾਂ ਮਾਰਦੇ ਨੇ। ਜਿਹਨੇ ਢੱਕਣ ਚੁੱਕਿਆ ਉਹਨਾਂ ਉੱਤੇ ਛਾਲਾਂ ਮਾਰ ਦਿੱਤੀਆਂ। ਉਹ ਮੇਂਢਕ ਸਮ ਨਿਕਸੇ ਬਾਹਰ, ਫਾਂਦ ਦੇਗ ਚੇ ਦੌਰਤ ਜ਼ਾਹਰ। ਕਹਿੰਦੇ ਹੁਣ ਇਸ ਢੱਕਣ ਦੇ ਵਿੱਚੋਂ ਸੂਰਾਂ ਦੇ ਬੱਚੇ ਡੱਡੂ ਛਾਲਾਂ ਮਾਰ ਮਾਰ ਨਿਕਲਦੇ ਨੇ। ਭੱਜੇ ਕਿੱਧਰ ਨੂੰ? ਢੱਕਣ ਚੁੱਕਣ ਵਾਲਿਆਂ ਉੱਤੇ ਹੀ ਛਾਲਾਂ ਮਾਰੀਆਂ। ਉਹ ਗਾਲਾਂ ਕੱਢਣ, ਕਹਿੰਦੇ ਹਾਏ ਹਾਏ ਧਰਮ ਭ੍ਰਿਸ਼ਟ ਹੋ ਗਿਆ, ਮਰ ਗਏ ਆਪਾਂ। ਕਿਉਂਕਿ ਇਹ ਹੱਥ ਨਹੀਂ ਸੀ ਲਾਉਣ ਵਾਲੇ, ਬਾਦਸ਼ਾਹ ਆਪ ਮਾਸ ਖਾਂਦਾ ਸੀ।
ਤੇ ਉਹਨਾਂ ਦੀ ਇੱਕ ਕੋਸ਼ਿਸ਼ ਸੀ ਵੀ ਜੇ ਸੂਰ ਦੇ ਮਾਸ ਨੂੰ ਹੱਥ ਲਾ ਲਿਆ ਇਹਨਾਂ ਦਾ ਧਰਮ ਭ੍ਰਿਸ਼ਟ ਹੋ ਜਾਣਾ ਹੈ। ਮੁਸਲਮਾਨ ਵੀ ਡਰਦਾ ਹੈ ਸੂਰ ਦੇ ਮਾਸ ਤੋਂ, ਸਿੱਖ ਵੀ ਡਰਦਾ ਹੈ, ਹਿੰਦੂ ਵੀ ਡਰਦਾ ਹੈ। ਕਦੇ ਫਿਲਾਸਫੀ ਪੜ੍ਹ ਕੇ ਵੇਖੇ। ਅੱਜ ਇਹਨਾਂ ਚੀਜ਼ਾਂ ਨੂੰ ਖਾਣ ਵਾਲੇ ਲੋਕ ਕਹਿੰਦੇ ਜੀ ਲੈ ਕੁਛ ਨਹੀਂ ਹੁੰਦਾ, ਜੋ ਮਰਜ਼ੀ ਖਾਓ, ਰੱਬ ਨੇ ਬਣਾਇਆ। ਮਰਜ਼ ਬਾਣੀ ਚ ਕਹਿੰਦੇ ਮਾਸ ਮਾਸ ਕਰ ਮੂਰਖ ਝਗੜੇ, ਗਿਆਨ ਧਿਆਨ ਨਹੀਂ ਬੁੱਝੈ, ਗਿਆਨ ਧਿਆਨ ਨਹੀਂ ਜਾਣੈ। ਉਹਨਾਂ ਨੂੰ ਪਤਾ ਹੀ ਨਹੀਂ ਵੀ ਗੁਰਬਾਣੀ ਕਹਿੰਦੀ ਕੀ ਹੈ। ਮਰਜ਼ੀ ਦਾ ਸ਼ਬਦ ਕੱਢ ਲਿਆ, ਕਿਹਨਾਂ ਨੇ ਕੱਢਿਆ? ਜਿਹੜੇ ਰੋਜ਼ ਖਾਂਦੇ ਨੇ। ਆਖੋ ਸਤਿਨਾਮ। ਉਹ ਗੱਲਾਂ ਕਰਦੇ ਜੀ ਖਾ ਲੈਣਾ ਚਾਹੀਦਾ। ਕਦੇ ਬਾਪੂ ਦੀਆਂ ਗੱਲਾਂ ਪੜ੍ਹ ਕੇ ਵੇਖੋ, ਬਾਪੂ ਤੇ ਜੁੱਤੀਆਂ ਮਾਰਦਾ ਭਿਓ ਭਿਓ ਕੇ। ਅਸੰਖ ਗੱਲ ਵੱਢ ਹੱਤਿਆ ਗਵਾਹੇ। ਉਹ ਜਪਜੀ ਦਾ ਪਾਠ ਕਰਨ ਵਾਲਿਆ ਗੁਰੂ ਰੋਜ਼ ਕਹਿੰਦਾ ਇਹ ਧਰਤੀ ਤੇ ਗਲਾਂ ਨੂੰ ਵੱਢਣ ਵਾਲੇ ਰੋਜ਼ ਹੱਤਿਆਰੇ ਹੱਤਿਆ ਕਰਦੇ, ਪਾਪ ਕਮਾਉਂਦੇ ਨੇ। ਕਿ ਹੱਤਿਆ ਕਰਕੇ ਕਿਸੇ ਜਾਨਵਰ ਨੂੰ ਖਾਣਾ ਪੁੰਨ ਹੈ? ਸਿੱਖ ਲਈ ਪੁੰਨ ਨਹੀਂ, ਬਾਕੀ ਜਿਹੜਾ ਮਰਜ਼ੀ ਖਾਏ ਸਾਨੂੰ ਕੀ ਫਰਕ ਹੈ। ਜਦੋਂ ਕਹਿੰਦੇ ਮਰਦ ਦੇ ਸਾਹਮਣੇ ਢੱਕਣ ਚੁੱਕਿਆ, ਸੂਰ ਦੇ ਬੱਚੇ ਗੰਦਗੀ ਨਾਲ ਭਰੇ ਹੋਏ ਬਦਬੂ ਵਾਲੇ ਨਿਕਲਦੇ ਨੇ। ਉਹ ਤਿਸ ਤੇ ਦੀਰਗ ਨਿਕਸੰਤੇ, ਮੂਖਕ ਸਮਸਰ ਫਿਰਤ ਬੁਲੰਤੇ। ਛੋਟਿਆਂ ਤੋਂ ਵੱਡੇ ਆਕਾਰ ਦੇ ਹੋਣ ਲੱਗੇ, ਸਾਰੀ ਜੇਲ੍ਹ ਚ ਫਿਰ ਗਏ। ਇਹ ਭੱਜੇ ਫਿਰਨ, ਹਾਏ ਅਸੀਂ ਪਲੀਤ ਹੋ ਗਏ, ਸਾਡੇ ਕੱਪੜੇ ਗੰਦੇ ਹੋ ਗਏ, ਸਾਡਾ ਧਰਮ ਭ੍ਰਿਸ਼ਟ ਹੋ ਗਿਆ। ਗੁਰੂ ਤੇਗ ਬਹਾਦਰ ਪਾਤਸ਼ਾਹ ਵੇਖ ਕੇ ਪ੍ਰਸੰਨ ਹੋ ਗਏ। ਆਖੋ ਸਤਿਨਾਮ। ਆਏ ਸੀ ਕਿਸੇ ਦਾ ਧਰਮ ਤੋੜਨ ਵਾਸਤੇ, ਆਪਣਾ ਅੱਜ ਬਚਾ ਨਾ ਸਕੇ। ਉਹ ਤਿਸ ਤੇ ਵੀ ਵੱਡੇ ਦਿਸੰਤੇ, ਜਿਮ ਮੰਜਾਰ ਬੱਚਾ ਚਪਲੰਤੇ। ਜਿਵੇਂ ਬਿੱਲੀਆਂ ਦੇ ਬੱਚੇ ਨੇ ਇਸ ਆਕਾਰ ਦੇ ਸੂਰ ਨਿਕਲ ਨਿਕਲ ਕੇ ਇਹਨਾਂ ਤੇ ਛਾਲਾਂ ਮਾਰਦੇ, ਹੁੱਡ ਮਾਰਦੇ ਨੇ, ਮੂੰਹ ਲਾਉਂਦੇ ਨੇ ਇਹਨਾਂ ਦੇ ਮੂੰਹ ਕੋਲੇ। ਹੁਣ ਇਸਲਾਮ ਦੇ ਵਿੱਚ ਮੁਹੰਮਦ ਸਾਹਿਬ ਦੇ ਸੂਰ ਨੇ ਹੁੱਡ ਮਾਰਿਆ, ਉਸ ਦਿਨ ਤੋਂ ਬਾਅਦ ਇਹਦਾ ਨਾਂ ਰੱਖ ਲਿਆ ਬਦ। ਬਦ ਕਹਿੰਦੇ ਭੈੜੇ ਨੂੰ, ਬਦ ਕਹਿੰਦੇ ਮਾੜੇ ਨੂੰ, ਜਿਹੜਾ ਚੰਗਾ ਨਹੀਂ। ਸੱਚਾ ਪੱਕਾ ਮੁਸਲਮਾਨ ਤੇ ਨਾਂ ਨਹੀਂ ਲੈਂਦਾ। ਜੇ ਕਿਤੇ ਗਲਤੀ ਨਾਲ ਬਦ ਸ਼ਬਦ ਵੀ ਨਿਕਲ ਗਿਆ ਨਾ ਮੂੰਹ ਚੋਂ, ਜਾਂ ਤੰਬਾਕੂ ਸ਼ਬਦ ਵੀ ਮੂੰਹ ਤੇ ਆ ਗਿਆ, ਉਹ ਦੋ ਦੋ ਤਿੰਨ ਤਿੰਨ ਵਾਰ ਉਜਲ ਕਰਦੇ ਨੇ, ਮੂੰਹ ਧੋਂਦੇ ਨੇ, ਕੁਰਲੀਆਂ ਕਰਦੇ ਨੇ। ਕਹਿੰਦੇ ਹਾਏ ਰੱਬਾ ਇਹ ਗੰਦਗੀ ਕਿੱਥੋਂ ਯਾਦ ਆ ਗਈ। ਉਹ ਤੇ ਧਿਆਨ ਵੀ ਨਹੀਂ ਕਰਦੇ ਇਸ ਚੀਜ਼ ਦਾ। ਸੱਚਮੁੱਚ ਮਾਸ ਤੇ ਕੋਈ ਵੀ ਹੈ, ਲਾਸ਼ ਤੇ ਲਾਸ਼ ਹੈ, ਚਾਹੇ ਬੰਦੇ ਦੀ ਹੋਵੇ ਚਾਹੇ ਪਸ਼ੂਆਂ ਦੀ ਹੋਵੇ। ਇਹ ਪਈ ਰਵੇ 2-4 ਦਿਨ ਗੱਲ ਸੜ ਜਾਂਦੀ ਹੈ। ਪਰ ਖਾਣ ਵਾਲੇ ਥਾਈਲੈਂਡ ਜਾ ਕੇ ਵੇਖੋ, ਉਹ ਬੰਦਿਆਂ ਦੀਆਂ ਲਾਸ਼ਾਂ ਵੀ ਖਾਈ ਜਾਂਦੇ ਨੇ, ਮਾਨਵਾਂ ਦਾ ਮਾਸ ਵੀ ਖਾਂਦੇ ਨੇ। ਖਾਣ ਦਾ ਕੀ ਹੈ, ਜਿਹਦੀ ਬਿਰਤੀ ਲੱਗੀ ਕੁਝ ਵੀ ਖਾਵੇ। ਅੱਜ ਇਹ ਜਦੋਂ ਨਿਕਲ ਕੇ ਭੱਜੇ, ਮਰਦ ਕਹਿੰਦੇ ਵਜ਼ੀਰ ਜੀ ਬਹਿਤੇ ਜਾਓ, ਭੱਜਣ ਕਿਉਂ ਲੱਗੇ ਹੋ? ਤੁਸੀਂ ਸ਼ਿਕਾਨ ਆਏ ਹੋ, ਕੋਲ ਬਹਿ ਕੇ ਸ਼ਿਕਾ ਤੇ ਲੋ। ਕੇਤਿਕ ਸਮ ਮੰਝਾਰ ਭਏ ਹੈ, ਨਿਕਸ ਨਿਕਸ ਗਨ ਵਹਿਰ ਗਏ ਹੈ। ਜਿੰਨੇ ਵੀ ਨਿਕਲਦੇ ਨੇ, ਹੁਣ ਜੇਲ੍ਹ ਬਹੁਤ ਵੱਡੀ ਹੈ, ਕੋਈ ਕਿਸੇ ਬੈਰਕ ਵਿੱਚ ਵੜ ਗਿਆ, ਕੋਈ ਕਿਸੇ ਬੈਰਕ ਵਿੱਚ। ਬੱਚੇ ਨੇ ਸੂਰਾਂ ਦੇ, ਸੁੱਖ ਨਾਲ ਇੱਕ ਸੂਰੀ 11 ਬੱਚਿਆਂ ਨੂੰ ਇੱਕ ਟਾਈਮ ਜਨਮ ਦਿੰਦੀ ਹੈ। ਸਤਿਗੁਰਾਂ ਦੀ ਬਾਣੀ ਪੜੋਗੇ, ਮਰਦ ਕਹਿੰਦੇ ਜੇ ਧੀਆਂ ਪੁੱਤਰਾਂ ਦਾ ਮੋਹ ਕਰੋਗੇ ਨਾ, ਮੋਹ ਕੀ ਹੋਏਗਾ? ਸੂਰਾਂ ਦੀ ਜੂਨ ਵਿੱਚ ਮਰ ਕੇ ਪੈਣਾ, ਫਿਰ ਪਾਲੀ ਜਾਈ ਧੀ ਪੁੱਤ। ਆਖੋ ਸਤਿਨਾਮ। ਸੁੱਖ ਨਾਲ ਬਥੇਰੇ ਨੇ ਇੱਥੇ ਤੇ ਇੱਕ ਪਿੱਛੇ ਰੋਈ ਜਾਂਦਾ ਹੈ। ਫਿਰ 15 ਨਾਲ ਲੈ ਕੇ ਫੇਰੀ ਘੁੰਮੀ, ਮੌਜਾਂ ਕਰੀ। ਗੁਰਬਾਣੀ ਨੇ ਸੱਚੀਆਂ ਤੇ ਖਰੀਆਂ ਗੱਲਾਂ ਕੀਤੀਆਂ, ਪਰ ਸਾਨੂੰ ਸਮਝ ਨਹੀਂ ਆਉਂਦੀਆਂ, ਮੱਤ ਮੋਟੀ ਸਾਡੀ। ਹੁਣ ਜਿਸ ਵੇਲੇ ਮਰਦ ਨੇ ਚੋਜ ਵਰਤਾਇਆ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਸੇ ਕੋਈ ਨਹੀਂ ਜਾ ਰਿਹਾ। ਖੇਡ ਹੈ ਸਤਿਗੁਰਾਂ ਦੀ। ਗੁਰੂ ਸਾਹਿਬ ਬੈਠੇ ਵੇਖ ਰਹੇ ਨੇ, ਸਿੱਖ ਵੀ ਜਿਹੜੇ ਪੰਜੇ ਬੰਦ ਕੀਤੇ ਸੀ ਖੂਬ ਹੱਸਦੇ ਨੇ। ਕਾਰੇ ਕਬਰੇ ਬਿਸਤ ਬਿਸਾਲੇ, ਇੰਗਟ ਮੁਖ ਜਿਨ ਇਤ ਉਤ ਚਾਲੇ। ਕਾਲੇ ਚਿੱਟੇ ਕਈ ਰੰਗਾਂ ਦੇ ਸੂਰ ਨਿਕਲੇ। ਕੋਈ ਦੂਜੇ ਦਾ ਧਰਮ ਭ੍ਰਿਸ਼ਟ ਕਰਨੇ ਆਏ, ਆਪਣੇ ਧਰਮ ਦਾ ਖਤਰਾ ਪੈ ਗਿਆ। ਜੇਲਰ ਤੇ ਕੰਧ ਟੱਪ ਕੇ ਭੱਜ ਗਿਆ, ਉਹ ਨਹੀਂ ਬੜਿਆ। ਆਖੋ ਸਤਿਨਾਮ। ਉਸੀ ਸੱਚਾ ਬੰਦਾ, ਉਹਨੇ ਵੇਖਿਆ ਵੀ ਸੂਰ ਨਿਕਲ ਆਏ, ਜੇ ਹੱਥ ਲੱਗ ਗਿਆ ਆਪਣਾ ਤੇ ਧਰਮ ਗਿਆ। ਪੰਜ ਨਮਾਜ਼ੀ ਆਪਾਂ ਤੇ। ਕਿਸੇ ਨੇ ਗੱਲ ਮੁੱਲਾਂ ਨੂੰ ਦੱਸੀ, ਮੁੱਲਾਂ ਵੇਖਣ ਆਏ, ਜਦੋਂ ਮੁੱਲਾਂ ਨੇ ਸੂਰ ਵੇਖੀ ਉਹ ਵੀ ਭੱਜ ਲਿਆ। ਕਹਿੰਦਾ ਵੇਖੀ ਕਿਤੇ ਰੱਬਾ, ਐ ਖੁਦਾ ਜਾਨ, ਪਾਪ ਕਰਦੇ ਕਰਦੇ ਹੋਰ ਗੁਨਾਹ ਨਾ ਹੋ ਜੇ, ਕਿਤੇ ਮੇਰਾ ਹੀ ਧਰਮ ਟੁੱਟ ਜੇ। ਫਿਰ ਕੀ ਰਹਿ ਗਿਆ? ਧਰਮ ਕਮਾਉਣਾ ਬੜਾ ਔਖਾ ਹੈ, ਕਿਸੇ ਦਾ ਧਰਮ ਤੋੜ ਦੇਣਾ ਬੜਾ ਵੱਡਾ ਪਾਪ ਹੈ। ਬਹੁਤ ਵੱਡਾ ਪਾਪ ਕਿਸੇ ਨੂੰ ਧਰਮ ਦੇ ਨਾਂ ਤੇ ਤਾਨਾ ਵੀ ਮਾਰ ਦੇਣਾ।
ਤੇ ਅੱਜ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨਾਲ ਰੋਜ਼ ਇਹ ਮੱਥਾ ਲਾਉਂਦੇ ਸੀ, ਕੁਛ ਨਾ ਕੁਛ ਮਾੜਾ ਬੋਲਦੇ ਰਹਿੰਦੇ ਸੀ। ਹੁਣ ਇਹਨਾਂ ਤੋਂ ਬਰਦਾਸ਼ਤ ਨਹੀਂ ਹੁੰਦਾ। ਲਗ ਲਾਂਗੁਲ ਕੋ ਬਹੁਤ ਡੁਲਾਵੇ, ਕਾਨ ਸਕੋਚੈ ਤਹਾਂ ਪਰਮਾਵੇ। ਸੂਰ ਵੀ ਘੁਰਕਰ ਕਰਦੇ ਫਿਰਦੇ ਨੇ, ਕੰਨ ਹਿਲਾਉਂਦੇ, ਪੂਛਾਂ ਹਿਲਾਉਂਦੇ ਨੇ, ਕਦੇ ਕਿਸੇ ਦੇ ਪੈਰਾਂ ਥੱਲੋਂ ਲੰਘੇ, ਕਦੇ ਕਿਸੇ ਪਾਸੇ। ਸਿਪਾਹੀ ਬਰਛੇ ਲੈ ਕੇ ਪੈ ਗਏ, ਪਿੱਛੇ ਮਾਰੋ। ਸੂਰ ਮਾਰਨਾ ਸੌਖਾ ਹੈ? ਜਿੰਨੀਆਂ ਮਰਜੀ ਗੋਲੀਆਂ ਮਾਰ ਦੋ, ਸੂਰ ਨਹੀਂ ਮਰਦਾ ਜਦੋਂ ਤੱਕ ਦਿਲ ਵਿੱਚ ਬਰਛਾ ਜਾਂ ਗੋਲੀ ਨਾ ਵੱਜੇ। ਇੱਕੋ ਇੱਕ ਹਿੰਦੁਸਤਾਨ ਦਾ ਕੀ ਦੁਨੀਆ ਦਾ ਜਾਨਵਰ ਹੈ ਜਿਹਨੂੰ ਮਾਰਨ ਵਾਸਤੇ ਪਾਪੀ ਲੋਕ ਪਹਿਲਾਂ ਇਲੈਕਟ੍ਰਿਕ ਸ਼ਾਟ ਲਾਉਂਦੇ ਨੇ, ਉਸ ਤੋਂ ਬਾਅਦ ਉਹਦਾ ਜਿਸਮ ਦੇ ਵਿੱਚੋਂ ਦਿਲ ਚੀਰ ਦਿੰਦੇ ਨੇ। ਉਹ ਤਾਂ ਮਰਦਾ ਦਮ ਘੁੱਟ ਕੇ, ਵਰਨਾ ਉਹ ਮਾਰਿਆ ਨਹੀਂ ਮਰਦਾ। ਕਿੰਨਿਆਂ ਨੂੰ ਲੈ ਬੈਠਦਾ ਜੰਗਲੀ ਸੂਰ। ਇਹ ਸਾਰੇ ਜੰਗਲੀ ਸੂਰ ਸੀ, ਘੁੱਟ ਮਾਰਦੇ ਨੇ, ਕਈਆਂ ਨੂੰ ਜ਼ਖਮੀ ਕਰ ਦਿੱਤਾ। ਭਏ ਭੂਰ ਭੈ ਭੀਤ ਸੁਭਾਜੇ, ਨਿਕਸ ਨਿਕਸ ਗਮਨੈ ਦਰਵਾਜੇ। ਸਿਪਾਹੀਆਂ ਨੇ ਭੱਜ ਭੱਜ ਕੇ ਦਰਵਾਜ਼ੇ ਲਾ ਲਏ। ਹੁਣ ਉਹਨਾਂ ਦਰਵਾਜ਼ਿਆਂ ਦਾ ਕੀ ਕਰਨਗੇ? ਇਹਨਾਂ ਨੂੰ ਕਿੱਥੋਂ ਰੋਕਣਗੇ? ਉਹ ਦਰਵਾਜ਼ਿਆਂ ਦੇ ਵਿੱਚ ਦੀ ਲੰਘੀ ਜਾਣ। ਹੁਣ ਜੇਲ੍ਹਾਂ ਦੀਆਂ ਬੈਰਕਾਂ ਦੇ ਦਰਵਾਜ਼ੇ ਤੇ ਤੁਸੀਂ ਦੇਖਿਓ ਕਿੱਦਾਂ ਦੇ ਹੁੰਦੇ, ਗ੍ਰਿਲਾਂ ਲੱਗੀਆਂ ਨੇ। ਹੁਣ ਇਹਨਾਂ ਨੂੰ ਆਪਣਾ ਖਤਰਾ ਹੈ, ਕੋਈ ਗ੍ਰਿਲ ਤੇ ਚੜ ਗਿਆ, ਕੋਈ ਕੰਧ ਤੇ ਚੜਿਆ। ਇਹ ਵਜ਼ੀਰ ਰੌਲਾ ਪਾਉਂਦੇ, ਮੁੱਲਾ ਦੂਰ ਖੜਾ ਰੌਲਾ ਪਾਈ ਜਾਂਦਾ, ਕਹਿੰਦਾ ਕੱਢੋ ਬਾਹਰ। ਕਹਿੰਦੇ ਅਸੀਂ ਨੇੜੇ ਕਿਉਂ ਜਾਈਏ, ਸਾਡਾ ਧਰਮ ਤੋੜ ਦੇਣਗੇ। ਆਏ ਸੀ ਗੁਰੂ ਨਾਲ ਮੱਥਾ ਲਾਉਣ, ਅੱਧ ਵੇਲੇ ਨੂੰ ਪਛਤਾਉਂਦੇ ਨੇ। ਤੁਰਕਨ ਕੇ ਪੈਰਨ ਵਿੱਚ ਦੌੜੈ, ਪ੍ਰਵੇਸ਼ੇ ਜਾਏ ਬਸਨ ਨਿਜ ਠੋਰੈ। ਇੰਨੇ ਹਾਲਾਤ ਮਾੜੇ ਜੇਲ੍ਹ ਦੇ ਹੋ ਗਏ, ਇੰਨੇ ਬੱਚੇ ਨਿਕਲ ਰਹੇ ਨੇ ਉਸ ਭਾਂਡੇ ਚੋਂ। ਖੇਡ ਹੈ ਰੱਬ ਦੀ। ਉਹ ਕੁਛ ਵੀ ਚਾਹੇ, ਪੱਥਰਾਂ ਦੇ ਵਿੱਚ ਕੀੜੇ ਪੈਦਾ ਕਰਕੇ ਉਹਨਾਂ ਨੂੰ ਖਾਣਾ ਦੇਈ ਜਾਂਦਾ, ਬਿਨਾਂ ਸਾਹ ਤੋਂ ਰੱਖੀ ਜਾਂਦਾ। ਇਹ ਤੇ ਖੇਡ ਹੀ ਉਹਦੇ ਵਾਸਤੇ ਵੱਡੀ ਨਹੀਂ। ਕਹਿੰਦੇ ਉਹ ਨਿਕਲਣ ਨੂੰ ਬੰਦ ਨਾ ਹੋਣ, ਉਹ ਕਹਿੰਦੇ ਢੱਕਣ ਲਾ ਦਿਓ। ਢੱਕਣ ਲਾਉਣ ਕੌਣ ਜਾਵੇ? ਹਿੰਮਤ ਨਹੀਂ ਕਿਸੇ ਵਿੱਚ। ਇੱਕ ਦੂਜੇ ਨੂੰ ਗਾਲਾਂ ਕੱਢਦੇ ਫਿਰਦੇ ਨੇ, ਕੋਈ ਖੁਦਾ ਦੇ ਮਾਰਿਆ ਇੱਧਰ ਹੋ ਜਾ, ਇਹਨੂੰ ਪਰਾਂ ਕਰਦੇ। ਕਿਉਂਕਿ ਜਦੋਂ ਪੈਰਾਂ ਨਾਲ ਲੱਗਦੇ ਉਹ ਭ੍ਰਿਸ਼ਟ ਹੋ ਗਏ ਸਾਰੇ। ਸੱਚਾ ਮੁਸਲਮਾਨ ਨਹੀਂ ਨੇੜੇ ਲੱਗਦਾ ਕਦੇ, ਪਰ ਅੱਜ ਕਿਸੇ ਦਾ ਬੁਰਾ ਕਰਨ ਵਾਲਾ ਆਪਣਾ ਭਲਾ ਮਨਾ ਨਹੀਂ ਸਕਦਾ। ਜਹਾਂ ਬਨਹਿ ਖਾਨਾ ਤਿਨ ਕੇਰਾ, ਧਾਏ ਧਾਏ ਤਹ ਕਰਤੇ ਫੇਰਾ। ਕਹਿੰਦੇ ਐਸਾ ਸਮਾਂ ਨਿਕਲਿਆ, ਕਿਲੇ ਵਿੱਚ ਹੀ ਜੇਲ੍ਹ ਬੜੀ ਸੀ। ਉਹ ਨਿਕਲ ਕੇ ਸੂਰ ਇਹਨਾਂ ਦੀ ਕਿਚਨ ਵਿੱਚ ਵੜ ਗਏ, ਰਸੋਈ 'ਚ। ਕੋਈ ਦਾਲ ਵਿੱਚ, ਕੋਈ ਭਾਂਡਿਆਂ 'ਚ, ਕੋਈ ਕਿਤੇ ਕੋਈ ਕਿਤੇ। ਲਾਂਗਰੀ ਵੀ ਭੱਜੇ ਆਉਣ ਬਾਹਰ। ਕਹਿੰਦੇ ਹਾਏ ਅੱਜ ਤੇ ਕਹਿਰ ਹੋ ਗਿਆ। ਕਹਿਰੇ ਕਿੱਥੋਂ ਆ ਗਏ? ਸਾਡੀ ਤੇ ਰਸੋਈ ਭ੍ਰਿਸ਼ਟ ਹੋ ਗਈ। ਮੁੱਲਾਂ ਕੇ ਸਾਡਾ ਧਰਮ ਭ੍ਰਿਸ਼ਟ ਹੋ ਗਿਆ। ਕਹਿੰਦੇ ਬਾਦਸ਼ਾਹ ਨੂੰ ਦੱਸੋ। ਬਾਦਸ਼ਾਹ ਨੂੰ ਕੀ ਦੱਸਣਾ ਸੀ? ਬਾਦਸ਼ਾਹ ਦੇ ਮਹਿਲਾਂ 'ਚ ਵੀ ਜਾ ਵੜਿਆ। ਸਤਨਾਮ। ਬੈਡਾਂ ਥੱਲੇ, ਰਾਣੀਆਂ ਦੇ ਕਮਰਿਆਂ ਵਿੱਚ, ਕਿਚਨਾਂ ਦੇ ਵਿੱਚ, ਕੋਈ ਕਿਤੇ ਕੋਈ ਕਿਤੇ। ਜਦੋਂ ਤੱਕ ਪਤਾ ਲੱਗਿਆ ਸਾਰੇ ਹੈਰਾਨ। ਇਹ ਨਹੀਂ ਪਤਾ ਹੋ ਰਿਹਾ ਵੀ ਆ ਕਿੱਥੋਂ ਰਹੀ, ਪ੍ਰੋਡਕਸ਼ਨ ਕਿੱਥੋਂ ਹੋ ਰਹੀ ਹੈ, ਨਿਕਲਦੇ ਕਿੱਥੋਂ ਨੇ। ਕਿਉਂਕਿ ਨੇੜੇ ਜਾਂਦਾ ਕੋਈ ਨਹੀਂ ਢੱਕਣ ਕੋਲੇ। ਇੰਨਾ ਕੁ ਪਤਾ ਸੀ ਵੀ ਮਾਸ ਮਰਦ ਕੋਲ ਭੇਜਿਆ ਸੀ। ਆ ਹੋ ਕੀ ਗਿਆ? ਕਿਸੇ ਦੀ ਗੱਲ ਪੱਲੇ ਨਾ ਪਈ। ਜੇਲ੍ਹ ਵਿੱਚੋਂ ਸਾਰੇ ਨਿਕਲ ਕੇ ਬਾਹਰ ਭੱਜਣ ਲੱਗ ਪਏ। ਤਿਨ ਕੇ ਬਾਸਨ ਕੋ ਮੁਖ ਲਾਏ, ਦੌੜ ਦੌੜ ਕਰ ਦੀਏ ਰੁੜਾਏ। ਇਹਨਾਂ ਬੱਚਿਆਂ ਨੂੰ, ਸੂਰਾਂ ਨੂੰ ਮਾਰਨ ਵਾਸਤੇ ਗੋਲੀਆਂ ਚਲਾਉਂਦੇ, ਧਰਤੀ ਖੂਨ ਨਾਲ ਲੱਥ-ਪੱਥ ਹੋ ਗਈ। ਤੜਫਦੇ ਨੇ, ਚੀਕਾਂ ਮਾਰਦੇ ਨੇ। ਇੱਥੋਂ ਤੱਕ ਕਹਿੰਦੇ ਇਹਨਾਂ ਦੇ ਭਾਂਡੇ ਵੀ ਖਰਾਬ ਹੋ ਗਏ। ਬਰਤਨਾਂ 'ਚ ਜਦੋਂ ਗੋਲੀ ਮਾਰਦੇ ਨੇ ਸੂਰ ਦੇ ਬੱਚੇ ਦੇ, ਇਹ ਤੇ ਖੇਡ ਸੀ ਪਰਮਾਤਮਾ ਦੀ। ਕਹਿੰਦੇ ਉਹ ਸਾਰੇ ਗੰਦੇ ਖੂਨ ਨਾਲ ਭਰ ਗਏ, ਰੋਂਦੇ ਫਿਰਦੇ ਨੇ। ਕਹਿੰਦੇ ਇਹ ਦਿਨ ਦੇਖਣ ਨਾਲੋਂ ਤੇ ਮਰ ਜਾਂਦੇ ਚੰਗੇ ਸੀ। ਸਾਡੀ ਤੇ ਜੇਲ੍ਹ ਭ੍ਰਿਸ਼ਟ ਹੋ ਗਈ। ਜਲ ਕੋ ਜਾਏ ਸਪਰਸ਼ ਹੈ ਅੰਗ, ਛੁਵੇ ਤਿਨ ਹੋ ਕੇ ਬਸਤਰਨ ਸੰਗ। ਆਖਰਕਾਰ ਮੁੱਲਾ ਕੰਧ ਤੇ ਚੜਿਆ ਰੌਲਾ ਪਾਉਂਦਾ, ਦੇਖਿਓ ਪਾਣੀ 'ਚ ਨਾ ਵੜ ਜਾਣ। ਜੇਲ੍ਹਾਂ 'ਚ ਚਬੱਚੇ ਬਣੇ ਹੁੰਦੇ ਨੇ ਨਹਾਉਣ ਵਾਸਤੇ, ਖਾਣ ਪੀਣ ਵਾਸਤੇ ਪਾਣੀ ਇਕੱਠਾ ਕੀਤਾ ਹੁੰਦਾ ਇੱਕ ਥਾਂ ਤੇ ਟੈਂਕਾਂ ਦੇ ਵਿੱਚ। ਕਹਿੰਦੇ ਉਹ ਛੋਟੇ ਛੋਟੇ ਬੱਚੇ ਛਾਲਾ ਮਾਰਦੇ। ਮੁੱਲਾ ਕਹਿੰਦਾ ਹਾਏ ਜਮੀ ਮਰ ਗਏ ਹੁਣ ਤੇ, ਨਹਾਉਣ ਜੋਗਾ ਵੀ ਪਾਣੀ ਰਿਹਾ ਨਹੀਂ। ਸ਼ਸਤਰਨ ਸਾਥ ਸਪਰਸ਼ ਹੈ ਦੇਹੀ, ਘੁਰ ਘੁਰ ਕਰਤ ਫਿਰਤ ਜਹ ਕੇਹੀ। ਹੁਣ ਰੌਲਾ ਪਾਉਂਦੇ ਨੇ ਗੁਸਲ ਕਿੱਥੋਂ ਕਰਾਂਗੇ? ਗੁਸਲ ਸ਼ਬਦ ਫਾਰਸੀ ਦਾ ਹੈ। ਹਰ ਮੁਸਲਮਾਨ ਇਸ ਸ਼ਬਦ ਨਾਲ ਜੁੜਿਆ ਹੈ। ਸਿੱਖ ਦਾ ਇਸ਼ਨਾਨ ਤੇ ਮੁਸਲਮਾਨ ਦਾ ਗੁਸਲ। ਜਿੱਤੋਂ ਇੱਕ ਸ਼ਬਦ ਚੱਲਦਾ ਸੀ ਪਿੰਡਾਂ ਵਿੱਚ ਗੁਸਲਖਾਨਾ, ਇਹ ਉੱਥੋਂ ਹੀ ਬਣਿਆ ਹੋਇਆ ਹੈ। ਖਾਨਾ ਤੇ ਪੰਜਾਬੀ ਦਾ ਸ਼ਬਦ ਹੈ, ਗੁਸਲ ਉਧਰ ਦਾ। ਕਿਉਂਕਿ ਹੁਣ ਪੰਜਾਬੀਆਂ ਦਾ ਪਤਾ ਨਹੀਂ ਕਿਹਨੂੰ ਕੀ ਬਣਾ ਦੇਣਾ। ਸਤਨਾਮ। ਕਹਿੰਦੇ ਗੁਸਲ ਕਰਨਾ ਸੀ, ਨਹਾਉਣਾ ਸੀ, ਪਾਣੀ ਤੇ ਗੰਦਾ ਹੋ ਗਿਆ ਸਾਰਾ।
ਉਧਰ ਬਾਦਸ਼ਾਹ ਫਿਕਰਾਂ 'ਚ ਬੈੱਡ ਤੇ ਚੜਿਆ ਫਿਰਦਾ, ਔਰੰਗਜ਼ੇਬ ਕਦੇ ਉੱਤਰ ਜਾਂਦਾ, ਸੂਰ ਆ ਗਏ ਧਰਮ ਤੋੜ ਦੇਣਗੇ ਨਾ। ਜਦੋਂ ਖਾਂਦਾ ਸੀ ਉਦੋਂ ਨਹੀਂ ਧਰਮ ਟੁੱਟਦਾ ਸੀ। ਇਹ ਹੁਣ ਦਿਖਾਵਾ ਹੈ। ਜੇ ਮੁੱਲਾ ਤੇ ਕਾਜੀ ਨੂੰ ਪਤਾ ਲੱਗ ਗਿਆ ਸੱਚੀ ਗੱਲ ਦਾ, ਹੱਥ ਬਾਈ ਨਾ ਲਾ ਦੇਣਾ। ਕਿਉਂਕਿ ਕਾਜੀ ਉੱਥੇ ਇੱਕ ਨਹੀਂ, ਜਿਵੇਂ ਹਾਈ ਕੋਰਟ ਸੁਪਰੀਮ ਕੋਰਟ ਵਿੱਚ ਜੱਜਾਂ ਦੇ ਕਿੰਨੇ ਬੈਂਚ ਹੁੰਦੇ, ਇੱਕ ਤੋਂ ਇੱਕ ਕੋਈ ਫੈਸਲਾ ਸੁਣਾ ਸਕਦਾ, ਅਥਾਰਟੀ ਸਾਰਿਆਂ ਕੋਲ ਹੁੰਦੀ ਹੈ। ਇੱਥੇ ਬਾਦਸ਼ਾਹ ਨੂੰ ਫਿਕਰ ਪਿਆ, ਉਧਰ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਦਰਵਾਜ਼ਾ ਆਪਣੇ ਆਪ ਬੰਦ ਹੋ ਗਿਆ, ਜਿੱਥੇ ਸਤਿਗੁਰ ਬੈਠੇ ਸੀ ਜਿਸ ਬੈਰਕ ਵਿੱਚ। ਹੁਣ ਇੱਧਰ ਵਕਤ ਪਿਆ, ਤਲਵਾਰਾਂ ਚੱਲਦੀਆਂ ਨੇ, ਭੱਜੇ ਫਿਰਦੇ ਨੇ, ਕੰਮ ਵੱਸੋਂ ਬਾਹਰ ਹੋ ਗਿਆ। ਕਾਰਾ ਗ੍ਰਹਿ ਮਹਿ ਸਭ ਸਥਾਨ, ਦੋਰਹਿ ਫਿਰਹਿ ਸਾ ਤਰਾਸ ਮਹਾਨ। ਕੋਈ ਸਮਾਂ ਸੀ ਸਤਿਗੁਰਾਂ ਤੇ ਸਿੱਖਾਂ ਵੱਲ ਵੇਖ ਕੇ ਇਹ ਹੱਸਦੇ ਸੀ, ਅੱਜ ਇਹਨਾਂ ਵੱਲ ਵੇਖ ਕੇ ਗੁਰੂ ਮੁਸਕਰਾਉਂਦੇ। ਆਖੋ ਸਤਿਨਾਮ। ਕੋਈ ਸੱਜੇ ਭੱਜਿਆ ਜਾਂਦਾ, ਕੋਈ ਖੱਬੇ, ਇੱਥੋਂ ਤੱਕ ਚੂਹੇ ਨਿਕਲਣ ਲੱਗ ਪਏ, ਭਾਂਡਿਆਂ 'ਚ ਜਾ ਵੜਦੇ, ਕੱਪੜੇ ਇਹਨਾਂ ਦੇ ਟੁਕਣੇ ਸ਼ੁਰੂ ਕਰਤੇ। ਬੜੇ ਹਾਲਾਤ ਮਾੜੇ ਹੋਏ। ਕਵੀ ਜੀ ਕਹਿੰਦੇ ਅੱਜ ਤੇ ਮੈਨੂੰ ਲਿਖਦਿਆਂ ਵੀ ਹਾਸਾ ਆਉਂਦਾ, ਨਿੱਤ ਕਿਸੇ ਦਾ ਬੁਰਾ ਕਰਨ ਵਾਲੇ ਜਿਵੇਂ ਅੱਜ ਭੱਜੇ ਫਿਰਦੇ ਨੇ। ਕਹਿੰਦੇ ਬੜੀ ਖੁਸ਼ੀ ਹੋਈ ਵੇਖ ਕੇ। ਸਿੱਖਾਂ ਨੂੰ ਮੌਤ ਦਾ ਕੋਈ ਡਰ ਨਹੀਂ, ਪੰਜਾਂ ਨੂੰ ਪਤਾ ਹੈ, 3 ਸਿੱਖ ਜਾਣਦੇ ਨੇ, ਆਰੀ ਨਾਲ ਚੀਰ ਦੇਣਾ, ਅੱਗ ਵਿੱਚ ਸਾੜ ਦੇਣਾ, ਪਾਣੀ 'ਚ ਉਬਾਲ ਦੇਣਾ, ਪਰ ਜ਼ਿੰਦਗੀ ਹੈ ਇਹਦਾ ਹਰ ਪਲ ਖੁਸ਼ੀ ਨਾਲ ਜੀਓ। ਜੋ ਅੰਤ ਵੇਲਾ ਆਉਣਾ ਤੇ ਸਾਰਿਆਂ ਦਾ ਹੀ ਆਉਣਾ। ਇਹਦੇ ਬਾਰੇ ਸੋਚਣਾ ਕੀ ਹੈ, ਕਦੋਂ ਕਿਸੇ ਨੇ ਕਿੱਥੇ ਕਿਵੇਂ ਮਰ ਜਾਣਾ, ਕਿਆ ਜਾਣਾ ਕਿ ਮਰੋਗੇ ਕੈਸਾ ਮਰਨਾ ਹੋਏ। ਬਾਣੀ ਕਹਿੰਦੀ ਕਿੱਦਾਂ, ਕਿਵੇਂ, ਕਿੱਥੇ, ਕਿਹਨੇ ਮਰ ਜਾਣਾ, ਇਹਦੇ ਬਾਰੇ ਸੋਚਣਾ ਕੀ ਹੈ। ਉਹ ਤੇ ਉਹਦੀ ਜ਼ਿੰਮੇਵਾਰੀ, ਜਿੱਥੋਂ ਲੈ ਜਾਣਾ ਹੈ ਫਿਰ ਕਾਹਦਾ ਡਰ ਹੈ। ਡਰੀ ਤਾਂ ਤੇ ਉਦੋਂ ਹੁੰਦਾ ਵੀ ਮਰ ਕੇ ਫਿਰ ਜਿਉਣਾ ਹੋਵੇ, ਫਿਰ ਦਰਦ ਹੋਊ। ਜਦੋਂ ਬੰਦਾ ਮਾਰੀ ਗਿਆ ਦੱਸਣ ਜੋਗਾ ਰਹਿੰਦਾ ਹੀ ਨਹੀਂ। ਆਖੋ ਸਤਿਨਾਮ। ਮੇਰੇ ਨਾਲ ਬੀਤੀ ਕੀ ਹੈ, ਪਰ ਜੇ ਕਹਿੰਦੇ ਮੌਤ ਸੱਚ ਹੈ, ਇਹਨੇ ਸੱਚ ਰਹਿਣਾ ਹੈ। ਅੱਜ ਕਾਜੀ ਮੁੱਲਾ ਭੱਜੇ ਨੇ ਬਾਦਸ਼ਾਹ ਕੋਲੇ, ਪਹਿਲਾ ਕੌਤਕ ਮਰਦ ਨੇ ਵਿਖਾਇਆ ਜੇਲ੍ਹ ਦੇ ਵਿੱਚ। ਅੱਜ ਇੱਥੇ ਸ਼ੁਰੂਆਤ ਹੈ, ਵੇਖਿਓ ਅੱਗੇ ਅੱਗੇ ਕੀ ਹੋਣਾ ਹੈ, ਕੱਲ ਕੀ ਹੋਏਗਾ। ਜਦੋਂ ਬਾਦਸ਼ਾਹ ਨੂੰ ਅਸਲੀਅਤ ਦਾ ਪਤਾ ਲੱਗੇਗਾ, ਇੱਥੇ ਸਮਾਂ ਹੋ ਗਿਆ, ਉੱਥੇ ਵੇਖਾਂਗੇ ਕੱਲ ਕੀ ਹੋਣਾ ਹੈ। ਜਿਵੇਂ ਜਿਵੇਂ ਸਤਿਗੁਰ ਕਿਰਪਾ ਕਰਨਗੇ ਆਉਣ ਵਾਲੇ ਦਿਨਾਂ 'ਚ ਆਨੰਦ ਮਾਣਨਾ। ਵਾਹਿਗੁਰੂ 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 ਵਾਹਿਗੁਰੂ